ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮਿੱਠਾ ਮੋਹਰਾ। ਅੰਕ 11ਵਾਂ। ਸ਼ਕੁੰਤਲਾ ਦਾ ਪੇਕਾ ਪਿੰਡ ਇਥੋਂ 12 ਕੋਹਪੁਰ ਸੀ। ਰੋਟੀ ਵੇਲੇ ਤੋਂ ਪਹਿਲਾਂ ਹੀ ਕਹਾਰਾਂ ਨੇ ਬੂਹੇ ਅੱਗੇ ਡੋਲੀ ਲਾਹੀ ਤੇ ਸ਼ਾਮ ਸਿੰਘ ਦਾ ਨਾਂ ਲੈ ਕੇ ਆਵਾਜ਼ਾਂ ਮਾਰੀਆਂ। ਸ਼ਾਮ ਸਿੰਘ ਸ਼ਕੁੰਤਲਾ ਦਾ ਪਿਓ ਸਧਾਰਨ ਜਿਹਾ ਜ਼ਮੀਂਦਾਰ ਸੀ। ਇਸ ਵੇਲੇ ਉਹ ਤੇ ਉਸਦਾ ਪੁੱਤਰ ਕਰਮ ਸਿੰਘ ਹੱਲਾ ਲੈ ਕੇ ਬਾਹਰ ਪੈਲੀ ਗਏ ਸਨ। ਘਰ ਵਿੱਚ ਸ਼ਕੁੰਤਲਾ ਦੀ ਛੋਟੀ ਭੈਣ ਤੇ ਉਸਦੀ ਮਾਂ ਗੁਰਦਈ ਤੋਂ ਛੁੱਟ ਹੋਰ ਕੋਈ ਨਹੀਂ ਸੀ। ਦੋਵੇਂ ਮਾਵਾਂ ਧੀਆਂ ਬਾਹਰ ਭੱਜੀਆਂ। ਬੂਹੇ ਅੱਗੇ ਡੋਲੀ ਤੇ ਕਹਾਰਾਂ ਨੂੰ ਵੇਖ ਕੇ ਦੋਵੇਂ ਡਰ ਨਾਲ ਸਹਿਮ ਗਈਆਂ। ਉਹ ਕੁਝ ਪੁੱਛਣ ਹੀ ਵਾਲੀਆਂ ਸਨ ਕਿ ਇੱਕ ਕਹਾਰ ਨੇ ਕਿਹਾ, ਬੀਬੀ ਨੂੰ ਲਿਆਇਆ, ਬਿਮਾਰ ਸੀ। ਦੋਹਾਂ ਨੇ ਬਿਨਾਂ ਕੁਝ ਕਹੇ ਸੁਨੇ ਡੋਲੀ ਵਿੱਚੋਂ ਸ਼ਕੁੰਤਲਾ ਨੂੰ ਸੰਭਾਲ ਕੇ ਕੱਢਿਆ ਤੇ ਸਹਿਜ ਹੀ ਅੰਦਰ ਲਿਜਾ ਕੇ ਉਸਨੂੰ ਇੱਕ ਮੰਜੇ ਤੇ ਲਿਟਾ ਦਿੱਤਾ। ਸ਼ਕੁੰਤਲਾ ਜੇ ਅੱਗੇ ਵਾਲੀ ਸ਼ਕੁੰਤਲਾ ਹੁੰਦੀ ਤਾਂ 4 ਤੀਵੀਆਂ ਕੋਲੋਂ ਵੀ ਨਾ ਚੁੱਕੀ ਜਾਂਦੀ, ਪਰ ਹੁਣ ਤਾਂ ਇਹ ਹੱਡੀਆਂ ਦੀ ਮੁੱਠ ਤੋਂ ਵੱਧ ਕੁਝ ਨਹੀਂ ਸੀ। ਦੋਹਾਂ ਮਾਵਾਂ ਧੀਆਂ ਨੂੰ ਜਦ ਉਸਦੀ ਹਾਲਤ ਦਾ ਪਤਾ ਲੱਗਾ ਤਾਂ ਉਹ ਕਲੇਜਾ ਫੜ ਕੇ ਬੈਠ ਗਈਆਂ। ਸ਼ਕੁੰਤਲਾ ਨੂੰ ਤਰੇਲੀਆਂ ਛੁੱਟ ਰਹੀਆਂ ਸਨ ਤੇ ਕੁਝ ਚਿਰ ਦੀ ਪ੍ਰਾਹੁਣੀ ਮਾਲੂਮ ਹੁੰਦੀ ਸੀ। ਗੁਰਦਈ ਨੇ ਸਭ ਤੋਂ ਪਹਿਲਾਂ ਜਾ ਕੇ ਕਾਦਮੀ ਨੂੰ ਪੈਲੀਆਂ ਵੱਲ ਭਜਾਇਆ। ਪੈਲੀ ਦੂਰ ਨਹੀਂ ਸੀ। ਥੋੜੇ ਚਿਰ ਪਿੱਛੋਂ ਸ਼ਾਮ ਸਿੰਘ ਆਪਣੇ ਪੁੱਤਰ ਤੇ ਕਈ ਬੰਦਿਆਂ ਸਣੇ ਆ ਗਿਆ। ਸ਼ਕੁੰਤਲਾ ਦੀ ਮਾਂ ਹੁਣ ਤੱਕ ਇਹੋ ਖਿਆਲ ਸੀ ਕਿ ਉਸਨੂੰ ਬੁਖਾਰ ਚੜਿਆ ਹੋਇਆ ਹੈ, ਪਰ ਜਦ ਉਸਨੇ ਉਸਦਾ ਪਿੰਡਾ ਵੇਖਿਆ ਜਿਹੜਾ ਸਿਰ ਤੋਂ ਪੈਰਾਂ ਤੱਕ ਲਾਸਿਆ ਪਿਆ ਸੀ ਤਾਂ ਉਸਦੇ ਦਿਲ ਵਿੱਚ ਭਾਂਬੜ ਬਲ ਉੱਠੇ। ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ। ਪਿੰਡ ਦੇ ਲੋਕ ਸ਼ਹਿਰੀਆਂ ਵਰਗੇ ਰੁੱਖੇ ਤੇ ਬੇਮੋਹੇ ਨਹੀਂ ਹੁੰਦੇ। ਇੱਕ ਨਾਲ ਜ਼ਰਾ ਕੁ ਨਰਮੀ ਗਰਮੀ ਬਣ ਜਾਵੇ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਜਿਸ ਨੇ ਸ਼ਕੁੰਤਲਾ ਦਾ ਹਾਲ ਸੁਣਿਆ ਭੱਜਾ ਆਇਆ। ਸ਼ਾਮ ਸਿੰਘ ਦੇ ਘਰ ਵਿੱਚ ਤੀਵੀਆਂ ਤੇ ਮਨੁੱਖਾਂ ਦਾ ਜਮਘਟਾ ਵੱਜ ਗਿਆ। ਇਹ ਸਾਰੇ ਮੂੰਹ ਵੇਖਣ ਨਹੀਂ ਸਨ ਆਏ। ਕਿਸੇ ਨੇ ਅੱਗ ਦੇ ਅੰਗੀਠੇ ਭਖਾ ਕੇ ਸ਼ਕੁੰਤਲਾ ਦੇ ਸਰਾਂਦੀ ਪੁਆਂਦੀ ਰੱਖ ਦਿੱਤੇ। ਕੋਈ ਦੌੜ ਕੇ ਮਿੱਠਾ ਤੇਲ ਲੈ ਆਇਆ ਤੇ ਕੋਈ ਤੁਲਾਈ ਪਾੜ ਕੇ ਲੋਗੜ ਕੱਢ ਲਿਆਇਆ। ਤੀਵੀਆਂ ਦਬਾ ਦਬ ਸ਼ਕੁੰਤਲਾ ਨੂੰ ਟਕੋਰ ਕਰਨ ਲੱਗੀਆਂ। ਉਸ ਨੂੰ ਦੁੱਧ ਵਿੱਚ ਸ਼ਿਲਾਜੀਤ ਪਾ ਕੇ ਪਿਆਈ ਗਈ। ਸਾਰੀ ਕੋਠੜੀ ਹਮਾਮ ਦਾ ਰੂਪ ਬਣ ਗਈ। ਸ਼ਕੁੰਤਲਾ ਨੇ 2 ਕੁ ਘੰਟਿਆਂ ਪਿੱਛੋਂ ਅੱਖਾਂ ਖੋਲੀਆਂ। ਭਾਵੇਂ ਮਾਰ ਨਾਲ ਉਸਦਾ ਸਾਰਾ ਸਰੀਰ ਪੀਲਾ ਨੀਲਾ ਹੋਇਆ ਪਿਆ ਸੀ, ਪਰ ਅੰਦਰ ਤਾਕਤ ਪਹੁੰਚਣ ਤੇ ਹੱਥਾਂ ਪੁਰ ਟਕੋਰ ਹੋਣ ਕਰਕੇ ਉਸਦੀ ਬੇਹੋਸ਼ੀ ਦੂਰ ਹੋ ਗਈ। ਹੁਣ ਹਰ ਕਿਸੇ ਨੂੰ ਸ਼ਕੁੰਤਲਾ ਦਾ ਹਾਲ ਸੁਣਨ ਦੀ ਉਤਾਵਲੀ ਸੀ। ਬਹੁਤੀਆਂ ਨੇ ਤਾਂ ਲਗਭਗ ਇਸ ਦਾ ਮਤਲਬ ਸਮਝ ਹੀ ਲਿਆ ਸੀ ਕਿ ਇਹ ਸਭ ਸੌਂਕਣ ਦੇ ਪੁਆੜੇ ਹਨ, ਪਰ ਸ਼ਕੁੰਤਲਾ ਦੇ ਮੂੰਹੋਂ ਉਹ ਜ਼ਰੂਰ ਸੁਣਨਾ ਚਾਹੁੰਦੀਆਂ ਸਨ। ਉਹਨਾਂ ਦੀ ਅੱਡੀ ਚੋਟੀ ਦਾ ਜ਼ੋਰ ਲਾਉਣ ਤੇ ਵੀ ਸ਼ਕੁੰਤਲਾ ਨੇ ਇਸ ਤੋਂ ਵੱਧ ਕੁਝ ਨਾ ਦੱਸਿਆ ਕਿ ਇਹ ਸਭ ਮੇਰੇ ਕਰਮਾਂ ਦਾ ਫਲ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਪਿੰਡ ਵਾਲੀਆਂ ਸ਼ਕੁੰਤਲਾ ਦੇ ਸੁਭਾਅ ਤੋਂ ਕੋਈ ਅਣਜਾਣ ਨਹੀਂ ਸਨ। ਘਰ ਜੰਮਿਆਂ ਦੇ ਦੰਦ ਗਿਣੀ ਦੇ ਨੇ ਕਿ ਸਾਲ। ਇਸ ਕਹਾਵਤ ਅਨੁਸਾਰ ਉਹ ਜਾਣਦੀਆਂ ਸਨ ਕਿ ਇਹ ਨਿੱਕੇ ਹੁੰਦਿਆਂ ਤੋਂ ਹੀ ਹੱਦ ਦਰਜੇ ਦੀ ਸਹਿਨਸ਼ੀਲ, ਸਰਲ ਤੇ ਸ਼ਾਂਤੀ ਦੀ ਮੂਰਤ ਹੈ। ਜੱਟਾਂ ਦੇ ਮੁੰਡੇ ਜੋਸ਼ ਨਾਲ ਪਾਗਲ ਹੋ ਰਹੇ ਸਨ। ਉਹਨਾਂ ਦੇ ਡੋਲੇ ਫਰਕ ਰਹੇ ਸਨ। ਉਹ ਚਾਹੁੰਦੇ ਸਨ ਕਿ ਜਿਸ ਸ਼ੈਤਾਨ ਨੇ ਸਾਡੇ ਪਿੰਡ ਦੀ ਧੀ ਨੂੰ ਇਸ ਤਰ੍ਹਾਂ ਮਾਰ-ਮਾਰ ਕੇ ਅਦਮੋਈ ਕੀਤਾ ਹੈ, ਅਸੀਂ ਉਸਦੀ ਹੱਡੀ ਬੂਟੀ ਕਰਕੇ ਛੱਡਾਂਗੇ। ਇੱਥੋਂ ਤੱਕ ਕਿ ਬਹੁਤ ਸਾਰੇ ਜਵਾਨ ਡਾਂਗਾ ਸੂਤ ਕੇ ਸ਼ਾਮ ਸਿੰਘ ਦੇ ਵਿਹੜੇ ਵਿੱਚ ਆ ਜੁੜੇ ਤੇ ਉਸ ਪਾਸੋਂ ਆਪਣੇ ਮਨੋਰਥ ਲਈ ਆਗਿਆ ਮੰਗਣ ਲੱਗੇ। ਸ਼ਾਮ ਸਿੰਘ ਦੇ ਦਿਲ ਨੂੰ ਕੋਈ ਥੋੜਾ ਜਿਹਾ ਸਲ ਨਹੀਂ ਸੀ। ਜਿਸ ਵੇਲੇ ਉਸਨੇ ਕੁੜੀ ਦੀ ਹਾਲਤ ਵੇਖੀ ਸੀ, ਉਸਦੇ ਅਥਰੂ ਨਹੀਂ ਸਨ ਠਲਦੇ। ਉਹ ਤਾਂ ਆਪ ਹੀ ਇਸ ਗੱਲ ਤੇ ਉਤਾਰੂ ਹੋਇਆ ਬੈਠਾ ਸੀ ਕਿ ਜਾਂ ਆਪ ਮਰ ਜਾਵਾਂਗਾ ਜਾਂ ਜਵਾਈ ਨੂੰ ਮਾਰ ਸੁੱਟਾਂਗਾ। ਪਰ ਜਦ ਸ਼ਕੁੰਤਲਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੂੰ ਫਿਕਰ ਪੈ ਗਿਆ। ਉਸਨੇ ਭਰਾ ਨੂੰ ਅੰਦਰ ਸੱਦ ਕੇ ਸਮਝਾ ਬੁਝਾ ਕੇ ਇਹ ਕੰਮ ਕਰਨ ਤੋਂ ਰੋਕ ਦਿੱਤਾ। ਹੋਰ ਕੋਈ ਕਹਿੰਦਾ ਤਾਂ ਉਹ ਕਦੇ ਨਾ ਮੰਨਦਾ, ਪਰ ਭੈਣ ਦੀ ਗੱਲ ਮੋੜਨੀ ਉਸਦੀ ਤਾਕਤ ਤੋਂ ਬਾਹਰ ਸੀ। ਉਹ ਮਨ ਮਾਰ ਕੇ ਰਹਿ ਗਿਆ ਤੇ ਬਾਕੀ ਸਾਥੀਆਂ ਨੂੰ ਵੀ ਕਹਿ ਸੁਣ ਕੇ ਮੋੜ ਦਿੱਤਾ। ਅੰਕ 12ਵਾਂ। ਜਦ ਵੱਡੇ ਵੇਲੇ ਦਲੀਪ ਕੌਰ ਨੂੰ ਪਤਾ ਲੱਗਾ ਕਿ ਉਸਦੀ ਸੌਂਕਣ ਦਾ ਡੇਰਾ ਘਰ ਵਿੱਚੋਂ ਚੁੱਕਿਆ ਗਿਆ ਹੈ ਤਾਂ ਉਹ ਖੁਸ਼ੀ ਨਾਲ 1 ਤੋਂ 4 ਹੋ ਗਈ। ਇਸ ਦੇ ਨਾਲ ਹੀ ਉਸਨੇ ਆਪਣੇ ਪਤੀ ਦੀ ਇਸ ਅਕਲਮੰਦੀ ਦੀ ਦਿਲ ਹੀ ਦਿਲ ਵਿੱਚ ਪ੍ਰਸ਼ੰਸਾ ਕੀਤੀ। ਉਸਨੂੰ ਬੜੀ ਕਾਹਲੀ ਸੀ ਕਿ ਛੇਤੀ ਤੋਂ ਛੇਤੀ ਜਾ ਕੇ ਸੁਭੱਦਰਾ ਨੂੰ ਖੁਸ਼ਖਬਰੀ ਸੁਣਾਵਾਂ। ਉਹ ਸਵੇਰ ਤੋਂ ਸੁਭੱਦਰਾ ਦਾ ਰਾਹ ਤੱਕ ਰਹੀ ਸੀ। ਜਿਉਂ ਹੀ ਜੋਗਿੰਦਰ ਸਿੰਘ ਦੇ ਦਫ਼ਤਰ ਜਾਣ ਦੀ ਢਿੱਲ ਹੋਈ, ਉਹ ਸੁਭੱਦਰਾ ਦੇ ਘਰ ਦੌੜੀ ਗਈ। ਬੈਠਕ ਵਿੱਚ ਜਾ ਕੇ ਉਸਨੇ ਡਿੱਠਾ ਸੁਭੱਦਰਾ ਉੱਥੇ ਨਹੀਂ ਸੀ ਤੇ ਹੇਮਰਾਜ ਮਿਸਲਾਂ ਦਾ ਥੱਬਾ ਸਾਹਮਣੇ ਰੱਖੀ ਮੇਜ਼ ਦੇ ਅੱਗੇ ਬੈਠਾ ਸੀ।
ਦਲੀਪ ਕੌਰ ਪਹਿਲਾਂ ਅੰਬੜਵਾਹੀ ਭੱਜੀ ਭੱਜੀ ਅੰਦਰ ਗਈ ਸੀ, ਪਰ ਜਿਉਂ ਹੀ ਉਸਦੀ ਨਿਗਾਹ ਹੇਮਰਾਜ ਤੇ ਪਈ, ਛੇਤੀ ਨਾਲ ਬਾਹਰ ਨੂੰ ਨੱਸੀ। ਹੇਮਰਾਜ ਨੇ ਕਲਮ ਹੱਥੋਂ ਰੱਖਦਿਆਂ ਹੋਇਆ ਕਿਹਾ, ਆਓ ਬੈਠ ਜਾਓ, ਹੁਣੇ ਆ ਜਾਂਦੀ ਹੈ। ਦਲੀਪ ਕੌਰ ਨੇ ਬੂਹਿਓਂ ਬਾਹਰ ਆ ਕੇ ਦਰਵਾਜ਼ੇ ਦੇ ਓਹਲੇ ਹੋ ਹੌਲੀ ਜਿਹੀ ਪੁੱਛਿਆ, ਭੈਣ ਕਿੱਥੇ ਗਈ ਏ? ਦਲੀਪ ਕੌਰ ਨੂੰ ਇਸ ਤਰ੍ਹਾਂ ਇਕਾਂਤ ਵਿੱਚ ਅੱਜ ਪਹਿਲੀ ਵਾਰ ਹੀ ਟਿੱਠਾ ਸੀ। ਵੇਖਦਿਆਂ ਹੀ ਉਸਦੇ ਅੰਦਰ ਇੱਕ ਤਰ੍ਹਾਂ ਦੀ ਬਿਜਲੀ ਦੌੜ ਗਈ। ਉਸਦੇ ਸਰੀਰ ਦਾ ਸਾਰਾ ਲਹੂ ਮਾਨੋ ਸਿਰ ਨੂੰ ਚੜ੍ਹ ਗਿਆ, ਜਿਸ ਨਾਲ ਉਸਦੇ ਚਿਹਰੇ ਤੇ ਅੱਖਾਂ ਵਿੱਚ ਲਾਲੀ ਆ ਗਈ। ਦਿਲ ਉਸਦਾ ਧੜਕਣ ਲੱਗ ਪਿਆ। ਦਲੀਪ ਕੌਰ ਚਲੀ ਨਾ ਜਾਵੇ, ਇਹ ਸੋਚ ਕੇ ਉਹ ਕੁਰਸੀ ਤੋਂ ਉੱਠ ਕੇ ਬੈਠਕ ਦੇ ਦੂਜੇ ਬੂਹੇ ਥਾਣੀ ਬਾਹਰ ਜਾਂਦਾ ਹੋਇਆ ਬੋਲਿਆ, ਉਹ ਇੱਕ ਸਹੇਲੀ ਦੇ ਘਰ ਗਈ ਏ। ਕਹਿ ਗਈ ਸੀ ਦਲੀਪ ਕੌਰ ਆਵੇ ਤਾਂ ਉਸਨੂੰ ਕਹਿਣਾ ਕੱਲ ਦਾ ਹਾਲ ਹਵਾਲਾ ਲਿਖ ਕੇ ਮੇਜ਼ ਤੇ ਰੱਖ ਜਾਵੇ। ਮੈਂ ਬਾਹਰ ਕਿਸੇ ਕੰਮ ਜਾ ਰਿਹਾ ਵਾਂ, ਤੁਸੀਂ ਅੰਦਰ ਬੈਠ ਕੇ ਜੋ ਲਿਖਣਾ ਹੈ ਲਿਖ ਕੇ ਰੱਖ ਜਾਓ। ਕੋਰੇ ਕਾਗਜ਼ ਮੇਜ਼ ਤੇ ਪਏ ਨੇ। ਤੇ ਉਹ ਆਪ ਛੇਤੀ ਛੇਤੀ ਬੂਟ ਪਾ ਕੇ ਬਾਹਰ ਚਲੇ ਜਾਣ ਦੀ ਥਾਂ ਦੱਬੇ ਪੈਰੀ ਕੋਠੇ ਤੇ ਚੜ ਗਿਆ। ਦਲੀਪ ਕੌਰ ਦੇ ਢਿੱਡ ਵਿੱਚ ਚੂਹੇ ਨੱਸ ਰਹੇ ਸਨ। ਉਸ ਵਿੱਚ ਇਤਨਾ ਸਹਾਰਾ ਨਹੀਂ ਸੀ ਕਿ ਸਹੇਲੀ ਦੇ ਆਉਣ ਤੱਕ ਗੱਲ ਦਿਲ ਵਿੱਚ ਹੀ ਰੱਖੀ ਰਹਿਣ ਦੇਵੇ। ਜਿਉਂ ਹੀ ਹੇਮਰਾਜ ਦੇ ਬਾਹਰ ਨਿਕਲਣ ਦੀ ਢਿੱਲ ਹੋਈ, ਉਹ ਛੇਤੀ ਨਾਲ ਜਾ ਕੇ ਮੇਜ਼ ਦੇ ਅੱਗੇ ਪਈ ਕੁਰਸੀ ਤੇ ਬੈਠ ਗਈ। ਮਸ ਵਹਾਊ ਕਾਨੀ ਪਈ ਸੀ ਲੈ ਕੇ ਦਬਾ ਦਬ ਲਿਖਣ ਲੱਗ ਪਈ। ਚਿੱਠੀ ਵਿੱਚ ਉਸਨੇ ਮੁੱਢ ਤੋਂ ਲੈ ਕੇ ਛੇਕੜ ਤੱਕ ਅੱਖਰ ਅੱਖਰ ਕਰਕੇ ਕੁੱਲ ਹਾਲ ਲਿਖ ਦਿੱਤਾ। ਚਿੱਠੀ ਲਿਖ ਕੇ ਉਸ ਰਾਈਟਿੰਗ ਪੈਡ ਦੀ ਨੁੱਕਰ ਹੇਠ ਰੱਖ ਦਿੱਤੀ ਤੇ ਆਪ ਛੇਤੀ ਛੇਤੀ ਉੱਠ ਕੇ ਉਤਰਨ ਲਈ ਬਾਹਰ ਆਈ। ਪਰ ਜਿਉਂ ਹੀ ਉਹ ਪੌੜੀ ਪਾਸ ਆਈ, ਉਸਦਾ ਦਿਲ ਬੈਠ ਗਿਆ। ਪੌੜੀਆਂ ਦਾ ਅੰਦਰੋਂ ਜੰਦਰਾ ਵੱਜਾ ਹੋਇਆ ਸੀ। ਇੱਕਦਮ ਉਸਨੂੰ ਕਿਸੇ ਭਿਆਨਕ ਘਟਨਾ ਦੇ ਆਉਣ ਦਾ ਅਨੁਮਾਨ ਦਿਖਾਈ ਦਿੱਤਾ। ਇਸ ਦੇ ਨਾਲ ਹੀ ਉਸਨੂੰ ਇੱਕ ਹੋਰ ਖਿਆਲ ਆਇਆ ਤੇ ਉਹ ਪਿਛਲੀ ਪੈਰੀ ਕਮਰੇ ਵੱਲ ਦੌੜੀ। ਕਿਉਂ? ਉਸਦੀ ਸਲਾਹ ਉਸ ਲਿਖੀ ਹੋਈ ਚਿੱਠੀ ਨੂੰ ਕਾਬੂ ਕਰਨ ਦੀ ਸੀ। ਪਰ ਜਿਉਂ ਹੀ ਉਸਨੇ ਕਮਰੇ ਵਿੱਚ ਪੈਰ ਰੱਖਿਆ, ਕੀ ਵੇਖਦੀ ਹੈ ਕਿ ਹੇਮਰਾਜ ਮੇਜ਼ ਦੇ ਪਾਸ ਆਕੜ ਕੇ ਖੜੋਤਾ ਚਿੱਠੀ ਪੜ੍ਹ ਰਿਹਾ ਹੈ ਤੇ ਉਸਦੇ ਬੁੱਲ੍ਹਾਂ ਵਿੱਚੋਂ ਬੜੀ ਭਿਆਨਕ ਮੁਸਕਰਾਹਟ ਨਿਕਲ ਰਹੀ ਹੈ। ਦਲੀਪ ਕੌਰ ਦਾ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਸੀ। ਉਸਨੂੰ ਸਹੇ ਦੀ ਨਹੀਂ ਪਹੇ ਦੀ ਪੈ ਗਈ ਸੀ। ਹੇਮਰਾਜ ਨੇ ਚਿੱਠੀ ਤੈਅ ਕਰਕੇ ਜੇਬ ਦੇ ਹਵਾਲੇ ਕਰਦਿਆਂ ਹੋਇਆਂ ਦਲੀਪ ਕੌਰ ਵੱਲ 2-3 ਕਦਮ ਵਧਾ ਕੇ ਕਿਹਾ, ਵਾਹ, ਮੈਨੂੰ ਤੇ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਇਤਨੀ ਜਲਦੀ ਕਾਮਯਾਬੀ ਹੋ ਜਾਵੇਗੀ। ਪਰ ਮੈਂ ਵੀ ਤਾਂ ਕੋਈ ਇਹੋ ਜਿਹਾ ਨਾਮੁਕੰਮਲ ਇਲਾਜ ਨਹੀਂ ਸੀ ਦੱਸਿਆ ਜਿਸ ਨਾਲ ਕੰਮ ਅੱਧ ਵਾਟੇ ਰਹਿੰਦਾ। ਪਰ ਦਲੀਪ ਕੌਰ, ਤੇਰੇ ਤੇ ਮੈਨੂੰ ਇੱਕ ਗੱਲ ਦਾ ਬੜਾ ਅਫਸੋਸ ਹੈ। ਆਖੇ ਬੀਜੇ ਕੋਈ ਤੇ ਖਾਵੇ ਕੋਈ। ਮੈਂ ਜਿਸ ਨੇ ਇੱਕ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲਾ ਤਰੀਕਾ ਦੱਸਿਆ ਹੈ, ਮੇਰੇ ਲਈ ਤਾਂ ਤੂੰ ਚਿੱਠੀ ਵਿੱਚ 2 ਅੱਖਰ ਵੀ ਨਹੀਂ ਲਿਖੇ। ਤੇ ਉਸ ਬੀਬੀ ਰਾਣੀ ਜਿਸ ਦੀ ਹਿੰਗ ਲੱਗੇ ਨਾ ਫਟਕੜੀ, ਉਸਦੀ ਵਡਿਆਈ ਦੇ ਤੂੰ ਪੁੱਲ ਬੰਨ ਦਿੱਤੇ। ਅੱਛਾ ਬਈ, ਡਾਢਿਆਂ ਦਾ 37 ਵੀਹੀਂ 100 ਜੂੰ ਹੋਇਆ। ਦਲੀਪ ਕੌਰ ਨੇ ਹੁਣੇ ਆਪਣੇ ਆਪ ਨੂੰ ਹਰ ਪਾਸਿਓਂ ਖਤਰੇ ਵਿੱਚ ਘਿਰੀ ਹੋਈ ਵੇਖਿਆ। ਇਸ ਦਾ ਇੱਕ ਹੋਰ ਸੱਜਰਾ ਸਬੂਤ ਉਸਨੂੰ ਇਹ ਮਿਲਿਆ ਕਿ ਜਿਸ ਹੇਮਰਾਜ ਨੇ ਬੀਬੀ ਜੀ ਤੋਂ ਬਿਨਾਂ ਉਸਨੂੰ ਕਦੇ ਭੁਲਾਇਆ ਹੀ ਨਹੀਂ ਸੀ, ਅੱਜ ਇੱਕ ਵਾਰਗੀ ਉਸਦੇ ਮੂੰਹੋਂ ਦਲੀਪ ਕੌਰ ਤੇ ਤੂੰ ਸ਼ਬਦ ਕਿੱਡੀ ਦਲੇਰੀ ਨਾਲ ਨਿਕਲ ਰਹੇ ਸਨ। ਹੇਮਰਾਜ ਦੀਆਂ ਅੱਖਾਂ ਵਿੱਚ ਇਸ ਵੇਲੇ ਕਾਮ ਝਲਕ ਰਿਹਾ ਸੀ। ਉਹ ਗੱਲ ਦਾ ਉੱਤਰ ਉਡੀਕੇ ਬਿਨਾਂ ਹੀ ਹੋਰ ਅਗਾਂਹ ਵਧਿਆ ਤੇ ਵੱਧ ਕੇ ਉਸ ਦਲੀਪ ਕੌਰ ਦੀ ਬਾਂਹ ਫੜ ਲਈ। ਆਦਮੀ ਜਦ ਵੇਖਦਾ ਹੈ ਕਿ ਉਸਦੇ ਅੱਗੇ ਦਰਿਆ ਤੇ ਪਿੱਛੇ ਦੁਸ਼ਮਣ ਹੈ ਤਾਂ ਅਜਿਹੇ ਵੇਲੇ ਐਸੇ ਮਾਈ ਦੇ ਲਾਲ ਬਹੁਤ ਥੋੜੇ ਹੁੰਦੇ ਹਨ ਜਿਹੜੇ ਦੁਸ਼ਮਣ ਦੇ ਹੱਥ ਆਉਣ ਨਾਲੋਂ ਦਰਿਆ ਵਿੱਚ ਡੁੱਬ ਮਰਨ ਨੂੰ ਵਿਸ਼ੇਸ਼ਤਾ ਦਿੰਦੇ ਹੋਣ। ਪਰ ਬੇਅਸੂਲੇ ਤੇ ਗਿਰੇ ਹੋਏ ਬੰਦੇ ਜਾਨ ਬਚੀ ਲਾਖੋਂ ਪਾਏ ਸਮਝ ਕੇ ਦੁਸ਼ਮਣ ਦੇ ਸਾਹਮਣੇ ਹਥਿਆਰ ਸੁੱਟ ਦਿੰਦੇ ਹਨ। ਦਲੀਪ ਕੌਰ ਕੋਈ ਵੱਡੀਆਂ ਸਦਾਚਾਰਨਾਂ ਵਿੱਚੋਂ ਨਹੀਂ ਸੀ। ਉਹ ਦੌੜ ਜਾਣਾ ਵੀ ਚਾਹੁੰਦੀ ਸੀ, ਪਰ ਇਸ ਵੇਲੇ ਮਰ ਜਾਣ ਨੂੰ ਰਾਹ ਸੀ, ਦੌੜ ਜਾਣ ਨੂੰ ਨਹੀਂ ਸੀ। ਇਹੋ ਕਾਰਨ ਹੈ ਕਿ ਦਲੀਪ ਕੌਰ ਦੌੜੀ ਨਹੀਂ ਤੇ ਕਾਠ ਦਾ ਬੁੱਤ ਬਣ ਕੇ ਉੱਥੇ ਦੀ ਉੱਥੇ ਖੜੀ ਰਹੀ। ਹੇਮਰਾਜ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਜੰਗਲ ਵਿੱਚ ਚੁੰਗੀਆਂ ਭਰਨ ਲਈ ਚੰਚਲ ਹਰਨੀ ਇੱਕੋ ਮਿੱਠੀ ਤਾਣ ਸੁਣ ਕੇ ਫੰਦੇ ਵਿੱਚ ਆ ਫਸੇਗੀ। ਦਲੀਪ ਕੌਰ ਨੂੰ ਡੁੱਬਣ ਲਈ ਥਾਂ ਨਹੀਂ ਸੀ ਲੱਭਦਾ। ਉਹ ਆਪਣੇ ਆਪ ਵਿੱਚ ਹੀ ਸਮਾਈ ਜਾਂਦੀ ਸੀ। ਸ਼ਰਮ ਤੇ ਘ੍ਰਿਣਾ ਨਾਲ ਉਸਦਾ ਸਰੀਰ ਸੁੰਗੜਦਾ ਹਵਾ ਨਾਲੋਂ ਵੀ ਸੂਖਮ ਹੋ ਗਿਆ। ਉਹ ਇੱਕਦਮ ਗੁੰਮ ਹੋ ਗਈ। ਉਸ ਦਾ ਸਿਰ ਇਸ ਤਰ੍ਹਾਂ ਹਿੱਕ ਨਾਲ ਜੁੜ ਗਿਆ ਜਿਕਣ ਕਿਸੇ ਸਿਉਂ ਦਿੱਤਾ ਹੈ ਤੇ ਥਰ-ਥਰ ਕੰਬਣ ਲੱਗ ਪਈ। ਪਰ ਹੇਮਰਾਜ ਦੇ ਸਿਰ ਇਸ ਵੇਲੇ ਭੂਤ ਸਵਾਰ ਸੀ। ਉਸ ਨੂੰ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਸੀ। ਦਲੀਪ ਕੌਰ ਚੰਗੀ ਤਰ੍ਹਾਂ ਸਮਝ ਰਹੀ ਸੀ ਕਿ ਮੇਰੀ ਇੱਜ਼ਤ ਆਬਰੂ
ਤੇ ਮੇਰਾ ਸਭ ਕੁਝ ਇਸ ਵੇਲੇ ਇੱਕ ਛੋਟੇ ਜਿਹੇ ਕਾਗਜ਼ ਦੇ ਰੂਪ ਵਿੱਚ ਇਸ ਦੇ ਖੀਸੇ ਵਿੱਚ ਹੈ ਤੇ ਉਸ ਕਾਗਜ਼ ਦੀ ਛਾਤੀ ਪੁਰ ਮੇਰੇ ਕਾਲੇ ਕਰਮਾਂ ਦਾ ਕੱਚਾ ਚਿੱਠਾ ਮੌਜੂਦ ਹੈ। ਇਹੋ ਕਾਰਨ ਸੀ ਕਿ ਦਲੀਪ ਕੌਰ ਦਾ ਆਤਮ ਗੌਰਵ, ਉਸ ਦੀ ਅਣਖ ਇੱਜ਼ਤ ਅਤੇ ਦ੍ਰਿੜਤਾ ਸਭ ਤਾਕਤਾਂ ਮੌਜੂਦ ਹੁੰਦਿਆਂ ਹੋਇਆਂ ਵੀ ਨਿਰਜੀਵ ਹੋ ਗਈਆਂ। ਇਸ ਤੋਂ ਕੁਝ ਚਿਰ ਬਾਅਦ ਦਲੀਪ ਕੌਰ ਧੜਕਦੇ ਦਿਲ ਤੇ ਕੰਬਦੀਆਂ ਲੱਤਾਂ ਨਾਲ ਕਾਲੀ ਕਾਲੀ ਕਦਮ ਉਠਾਉਂਦੀ ਹੋਈ ਆਪਣੇ ਕਮਰੇ ਵੱਲ ਜਾ ਰਹੀ ਸੀ। ਉਸ ਦੀਆਂ ਅੱਖਾਂ ਧਰਤੀ ਉੱਤੇ ਪਰ ਹੋਸ਼ ਹਵਾਸ ਅਸਮਾਨ ਤੇ ਸਨ। ਉਸ ਦੇ ਚਿਹਰੇ ਤੋਂ ਮਲੀਨਤਾ ਤੇ ਅੱਖਾਂ ਵਿੱਚੋਂ ਬੇਗੈਰਤੀ ਟਪਕ ਰਹੀ ਸੀ। ਉਸ ਦਾ ਦਿਲ ਗਿਲਾਨੀ ਨਾਲ, ਦਿਮਾਗ ਪਰੇਸ਼ਾਨੀ ਨਾਲ ਪਾਟ ਰਿਹਾ ਸੀ। ਉਸ ਦਾ ਪਤੀ ਬ੍ਰਤ ਧਰਮ ਰੂਪੀ 9 ਲੱਖਾ ਹਾਰ ਅੱਜ ਚੀਨਾ ਚੀਨਾ ਹੋ ਕੇ ਮਿੱਟੀ ਵਿੱਚ ਰਲ ਚੁੱਕਾ ਸੀ ਤੇ ਨਰਕੀ ਜੀਵਨ ਦੀ ਪਹਿਲੀ ਪੌੜੀ ਤੇ ਉਹ ਪੈਰ ਧਰ ਚੁੱਕੀ ਸੀ। ਸੀਤਾ ਤੇ ਸਵਿਤਰੀ ਵਰਗੀਆਂ ਵੀਰ ਪੁੱਤਰੀਆਂ ਨੂੰ ਜਨਮ ਦੇਣ ਵਾਲੀ ਭਾਰਤ ਮਾਤਾ ਦੇ ਮੱਥੇ ਕਾਲਖ ਦਾ ਟਿੱਕਾ ਲਾਉਣ ਲਈ ਦਲੀਪ ਕੌਰ ਪਾਪ ਮੰਦਰ ਦੀਆਂ ਦਲੀਜਾਂ ਟੱਪ ਚੁੱਕੀ ਸੀ। ਉਹ ਆਪਣੇ ਗ੍ਰਹਿਸਥ ਧਰਮ ਦੀ ਉਜਲੀ ਤੇ ਮਹਿਕਦੀ ਫੁਲਵਾੜੀ ਵਿੱਚ ਵਿਸ਼ੇ ਦੀ ਟਿੱਡੀ ਦਲ ਫੌਜਾਂ ਨੂੰ ਆਉਣ ਲਈ ਸੱਦਾ ਦੇ ਚੁੱਕੀ ਸੀ। ਉਧਰੋਂ ਅੰਨਾ ਤੇ ਅਵਾਣਾ ਕਾਮਦੇਵ ਫੁੱਲਾਂ ਦੀ ਕਮਾਨ ਵਿੱਚੋਂ ਜ਼ਹਿਰੀ ਤੀਰ ਛੱਡ ਕੇ ਦਲੀਪ ਕੌਰ ਦੀ ਧਰਮ ਰੂਪੀ ਚਾਰਦੀਵਾਰੀ ਨੂੰ ਢਾਉਣ ਦੇ ਆਰੇ ਲੱਗ ਚੁੱਕਾ ਸੀ ਤੇ ਕਾਲ ਚੱਕਰ ਰੂਪੀ ਘੜੀ ਦੀਆਂ ਸੂਈਆਂ ਹੁਣ ਉਸ ਦੀ ਥਾਂ ਪਹੁੰਚਣ ਵਾਲੀਆਂ ਸਨ ਜਦ ਦਲੀਪ ਕੌਰ ਉਸ ਦੇ ਸੁੱਖ ਸਵਾਦ ਤੇ ਉਸ ਦੇ ਸਭ ਕਾਸੇ ਦਾ ਬੇੜਾ ਡੁੱਬ ਜਾਣਾ ਹੈ। ਭਾਰਤ ਮਾਤਾ ਦੀ ਪਵਿੱਤਰ ਕੁੱਖ ਨੂੰ ਕਲੰਕਿਤ ਕਰਨ ਵਾਲੀ ਦਲੀਪ ਕੌਰ ਇਸ ਰਸਤੇ ਦੀ ਪਾਂਧੀ ਬਣਨ ਲਈ, ਇਸ ਪਾਪ ਕੁੰਡ ਵਿੱਚ ਛਾਲ ਮਾਰਨ ਲਈ ਤੇ ਭਾਰਤੀ ਦੇਵੀਆਂ ਦੇ ਸਿਰਾਂ ਨੂੰ ਨੀਵਿਆਂ ਕਰਨ ਵਾਲੀ ਇਸ ਕੋਝੀ ਕਰਤੂਤ ਲਈ ਲਾਨਤ। ਤੈਨੂੰ ਤਿਰਕਾਰ, ਤੈਨੂੰ ਹਾਏ ਹਾਏ। ਅੰਕ 13ਵਾਂ। ਸ਼ਕੁੰਤਲਾ 2 ਕੁ ਮਹੀਨੇ ਮੰਜੇ ਤੇ ਪਈ ਰਹੀ। ਉਸ ਦਾ ਅੰਨ ਜਲ ਹਜੇ ਬਾਕੀ ਸੀ। ਤਕੜੀ ਹੋ ਗਈ। ਉਸ ਦੇ ਪੇਕਿਆਂ ਨੇ ਦਿਲ ਵਿੱਚ ਪੱਕਾ ਫੈਸਲਾ ਕਰ ਲਿਆ ਕਿ ਕੁੜੀ ਨੂੰ ਮੁੜ ਜਿਉਂਦੇ ਜੀ ਸਹੁਰੇ ਨਹੀਂ ਤੋਰਨਾ ਤੇ ਅੱਗੇ ਵੀ ਕਿਹੜਾ ਸ਼ਕੁੰਤਲਾ ਲਈ ਕੋਈ ਐਸੀਆਂ ਔਸੀਆਂ ਪਾ ਰਿਹਾ ਸੀ। ਉਧਰ ਤਾਖੇ ਸੱਸ ਡਿਉ ਲੰਗੀ ਤੇ 9 ਨੈਣ ਮਟਕਾਏ। ਦਲੀਪ ਕੌਰ ਦੇ ਰਾਹ ਦਾ ਸਗੋਂ ਰੋੜਾ ਹਟ ਗਿਆ ਸੀ। ਕੀ ਸ਼ਕੁੰਤਲਾ ਵੀ ਪਤੀ ਨੂੰ ਭੁੱਲ ਬੈਠੀ ਸੀ? ਨਹੀਂ, ਉਸ ਲਈ ਅਜਿਹਾ ਕੋਈ ਦਿਨ ਨਹੀਂ ਸੀ ਬੀਤਦਾ ਜਦੋਂ ਪਤੀ ਦੀ ਯਾਦ ਵਿੱਚ 2-3 ਵਾਰੀ ਉਸ ਦੀਆਂ ਅੱਖਾਂ ਗਿੱਲੀਆਂ ਨਾ ਹੁੰਦੀਆਂ ਹੋਣ। ਸ਼ਕੁੰਤਲਾ ਅੱਜ ਕੱਲ੍ਹ ਆਤਮ ਅਭਿਆਸ ਵੱਲ ਇਸ ਕਰਕੇ ਵੀ ਵਧੇਰੇ ਧਿਆਨ ਦੇਣ ਲੱਗ ਪਈ ਸੀ ਕਿ ਇਸ ਤਰ੍ਹਾਂ ਉਸਦੇ ਦਿਲ ਨੂੰ ਸ਼ਾਂਤੀ ਜਿਹੀ ਆ ਜਾਂਦੀ ਸੀ। ਉਹ ਪਿਛਲੀ ਰਾਤੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਅੱਥਰ ਤੇ ਸਥਿਰ ਹੋ ਕੇ ਬਾਣੀ ਦਾ ਪਾਠ ਕਰਦੀ ਤੇ ਫਿਰ ਕੁਝ ਚਿਰ ਲਈ ਚੌਂਕੜੀ ਮਾਰ ਕੇ ਅਡੋਲ ਹੋ ਬੈਠਦੀ ਸੀ। ਇਸ ਦੀ ਬੈਠਕ ਕੋਈ ਸਧਾਰਨ ਬੈਠਕ ਨਹੀਂ ਸੀ, ਸਗੋਂ ਇੱਕ ਤਪੱਸਵੀ ਦੀ ਸਮਾਧੀ ਸੀ। ਹੌਲੀ ਹੌਲੀ ਉਸ ਦੀ ਆਤਮਿਕ ਅਵਸਥਾ ਉੱਚੀ ਹੋਣੀ ਸ਼ੁਰੂ ਹੋ ਗਈ ਤੇ ਵਰੇ ਸਵਾ ਵਰੇ ਦੇ ਅਭਿਆਸ ਤੋਂ ਬਾਅਦ ਸ਼ਕੁੰਤਲਾ ਨਹੀਂ ਸੀ ਰਹੀ। ਉਹ ਬ੍ਰਹਮ ਲੋਕ ਤੋਂ ਉਤਰੀ ਹੋਈ ਜਿਵੇਂ ਕੋਈ ਦੇਵ ਕੰਨਿਆ ਸੀ। ਹੁੰਦੀ ਹੁੰਦੀ ਉਹ ਇੱਥੋਂ ਤੱਕ ਪਹੁੰਚ ਗਈ ਕਿ ਜਿਸ ਵੇਲੇ ਉਹ ਇਸ ਤਰ੍ਹਾਂ ਧਿਆਨ ਵਿੱਚ ਲੀਨ ਹੋ ਜਾਂਦੀ ਸੀ, ਉਸ ਨੂੰ ਆਪਣੇ ਅੰਦਰ ਇੱਕ ਤਰ੍ਹਾਂ ਦਾ ਚਾਨਣ ਜਿਹਾ ਦਿਸਣ ਲੱਗ ਪੈਂਦਾ ਸੀ। ਇਹ ਚਾਨਣ ਬਾਹਰਲੇ ਚਾਨਣਾਂ ਨਾਲੋਂ ਆਪਣੇ ਵਿੱਚ ਵੱਖਰੀ ਵਿਸ਼ੇਸ਼ਤਾ ਰੱਖਦਾ ਸੀ। ਇਸ ਵਿੱਚ ਕੀ ਸੀ? ਨਿੱਘ ਸੀ, ਸਰੂਰ ਸੀ, ਠੰਡਕ ਸੀ, ਸਵਾਦ ਸੀ। ਨਹੀਂ, ਇਹ ਸਭ ਕੁਝ ਤਾਂ ਉਸਨੂੰ ਇੱਕ ਤਰ੍ਹਾਂ ਦੀਆਂ ਤੁੱਛ ਚੀਜ਼ਾਂ ਮਾਲੂਮ ਹੁੰਦੀਆਂ ਸਨ, ਜਿਕਣ ਜੜਾਊ ਕੰਗਣ ਦੇ ਸਾਹਮਣੇ ਕੱਚ ਦਾ ਗਜਰਾ। ਇਸ ਵਿੱਚੋਂ ਉਸਨੂੰ ਸਵਾਦ, ਉਹ ਤ੍ਰਿਪਤੀ ਤੇ ਉਹ ਸਰੂਰ ਮਿਲਦਾ ਸੀ ਜਿਸ ਦੀ ਹੋਂਦ ਉਸਨੂੰ ਸਾਰਾ ਦਿਨ ਖੀਵਾ ਰੱਖਦੀ ਸੀ। ਅਸਲ ਗੱਲ ਤਾਂ ਇਹ ਹੈ ਕਿ ਇਸ ਅਧੂਰੇ ਲਿਖਾਰੀ ਦੀ ਕਲਮ ਹਜੇ ਵੀ ਭੁਲੇਖੇ ਵਿੱਚ ਹੈ। ਸੰਸਾਰ ਦੀ ਜਾਂ ਪ੍ਰਕਿਰਤੀ ਦੀ ਕਿਸੇ ਵੀ ਚੀਜ਼ ਨਾਲ ਉਸ ਆਤਮਿਕ ਅਵਸਥਾ ਦੀ ਬਰੋਬਰੀ ਦੇਣੀ ਸੱਚਮੁੱਚ ਇਸੇ ਤਰ੍ਹਾਂ ਹੈ ਜੇਕਰ ਕੋਈ ਮੋਮਬੱਤੀ ਨਾਲ ਸੂਰਜ ਦੀ ਬਰੋਬਰੀ ਦੇਵੇ। ਜਿਸ ਆਤਮਿਕ ਆਨੰਦ ਦਾ ਵਰਣਨ ਕਰਨ ਤੋਂ ਖੁਦ ਉਸਦੀ ਆਪਣੀ ਜੀਭ ਅਸਮਰਥ ਸੀ ਤੇ ਉਸਦੇ ਕਰਮ ਇੰਦਰੇ ਤੇ ਗਿਆਨ ਇੰਦਰੇ ਵੀ ਇਸ ਬੁਝਾਰਤ ਦੇ ਬੁੱਝਣ ਤੋਂ ਅਸਮਰਥ ਸਨ, ਉਸ ਬਾਬਤ ਕਾਠ ਦੀ ਇਹ ਜੜ ਕਲਮ ਦੱਸੇ ਤਾਂ ਕੀ ਦੱਸੇ। ਸ਼ਕੁੰਤਲਾ ਜਦ ਇਸ ਇਕਾਂਤ ਸਮਾਧੀ ਤੋਂ ਉੱਠਦੀ ਸੀ ਤਾਂ ਸਾਰਾ ਦਿਨ ਉਸਦੀਆਂ ਅੱਖਾਂ ਕਿਸੇ ਅਮਲੀ ਵਾਂਗ ਮਖਮੂਰ ਰਹਿੰਦੀਆਂ ਸਨ। ਜਿਸ ਤਰ੍ਹਾਂ ਧੁੱਪ ਦੇ ਸਾਹਮਣੇ ਸ਼ੀਸ਼ਾ ਰੱਖ ਕੇ ਲਿਸ਼ਕਾਰਾ ਕਿਸੇ ਹਨੇਰੀ ਤੋਂ ਹਨੇਰੀ ਥਾਂ ਨੂੰ ਵੀ ਜਗਮਗਾ ਦਿੰਦਾ ਹੈ, ਉਸੇ ਤਰ੍ਹਾਂ ਸ਼ਕੁੰਤਲਾ ਦੀਆਂ ਨਾਮ ਰਤੀਆਂ ਅੱਖਾਂ ਜਿਸ ਜਾਨਦਾਰ ਚੀਜ਼ ਵੱਲ ਇੱਕ ਵਾਰੀ ਤੱਕਦੀਆਂ ਸਨ, ਉਸ ਨੂੰ ਪੱਥਰ ਤੋਂ ਪਾਰਸ ਬਣਾ ਦਿੰਦੀਆਂ ਸਨ। ਉਹ ਹੋਰ ਲੋਕਾਂ ਵਾਂਗ ਹੀ ਜ਼ਮੀਨ ਤੇ ਤੁਰਦੀ ਫਿਰਦੀ ਤੇ ਘਰ ਦਾ ਕੰਮ ਕਰਦੀ ਸੀ, ਪਰ ਉਸਨੂੰ ਆਪਣੇ ਆਪ ਨੂੰ ਇਹੋ ਮਾਲੂਮ ਹੁੰਦਾ ਸੀ ਜਿਕਣ ਉਹ ਕਿਸੇ ਹਵਾ ਨਾਲ ਭਰੇ ਹੋਏ ਆਕਾਸ਼ ਮੰਡਲ ਵਿੱਚ ਉਡਾਰੀਆਂ ਲਾ ਰਹੀ ਹੈ।
ਜਾਂ ਅੰਮ੍ਰਿਤ ਦੇ ਕਿਸੇ ਅਥਾਹ ਸਮੁੰਦਰ ਵਿੱਚ ਤਾਰੀਆਂ ਲਾ ਰਹੀ ਹੈ। ਇਸ 1.5 ਵਰ੍ਹੇ ਦੇ ਸਮੇਂ ਵਿੱਚ ਸ਼ਕੁੰਤਲਾ ਦੀ ਰੂਹਾਨੀ ਖੁਸ਼ਬੂ ਆਪਣੇ ਪਿੰਡ ਦੀਆਂ ਹੱਦਾਂ ਟੱਪ ਕੇ ਦੂਰ ਦੂਰ ਤੋੜੀ ਜਾ ਮਹਿਕੀ। ਇਸ ਪਿੰਡ ਦੀਆਂ ਤੀਵੀਆਂ ਜਿਹੜੀਆਂ ਅੱਜ ਤੋਂ 1.5 ਵਰ੍ਹਾ ਪਹਿਲਾਂ ਗੋਹਾ ਪੱਥਨ ਤੇ ਰੋਟੀ ਟੁੱਕ ਕਰਨ ਤੋਂ ਬਿਨਾਂ ਕੁਝ ਜਾਣਦੀਆਂ ਹੀ ਨਹੀਂ ਸਨ, ਸ਼ਕੁੰਤਲਾ ਦੇ ਸਤਸੰਗ ਕਰਕੇ ਉਹਨਾਂ ਦੀ ਅੱਜ ਇਹ ਹਾਲਤ ਸੀ ਕਿ ਆਟਾ ਗੁੰਨਦਿਆਂ ਵੀ ਜਪਜੀ ਸਾਹਿਬ ਦੀ ਤੁਕ ਉਹਨਾਂ ਦੀ ਜ਼ੁਬਾਨ ਤੇ ਹੁੰਦੀ ਸੀ ਤੇ ਜਦ ਉਹ ਬੰਨੇ ਪੈਲੀਆਂ ਜਾਂਦੀਆਂ ਤਾਂ ਭਾਈ ਮਣੀ ਸਿੰਘ ਤੇ ਬਾਬਾ ਬੁੱਢਾ ਆਦਿ ਦੀਆਂ ਸਾਖੀਆਂ ਇੱਕ ਦੂਜੀ ਨੂੰ ਸੁਣਾ ਰਹੀਆਂ ਹੁੰਦੀਆਂ ਸਨ। ਐਤਵਾਰ ਨੂੰ ਭਾਵੇਂ ਘਿਓ ਦੇ ਕੁੱਜੇ ਰੁੜ ਜਾਣ, ਉਹ ਸਤਸੰਗ ਤੋਂ ਨਾਗਾ ਨਹੀਂ ਸਨ ਪਾਉਂਦੀਆਂ। ਸ਼ਕੁੰਤਲਾ ਜਿਉਂ-ਜਿਉਂ ਕਠਨ ਵਰਤ ਧਾਰਨੀ ਬੰਦੀ ਜਾਂਦੀ ਸੀ, ਤਿਉਂ-ਤਿਉਂ ਪਿੰਡ ਦੀਆਂ ਤੀਵੀਆਂ ਦੀ ਸ਼ਰਧਾ ਭਗਤੀ ਉਸ ਤੇ ਵੱਧਦੀ ਜਾਂਦੀ ਸੀ। ਉਸ ਦੇ ਮਾਪਿਆਂ ਦੀ ਖੁਸ਼ੀ ਦੀ ਕੋਈ ਪਾਰਾਵਾਰ ਨਹੀਂ ਸੀ। ਉਸ ਦੇ ਘਰ ਕਲਰ ਵਿੱਚ ਕਮਲ ਉੱਗ ਪਿਆ ਸੀ। ਉਹ ਆਪਣੇ ਭਾਗਾਂ ਨੂੰ ਸਲਾਉਂਦੇ ਤੇ ਪਿੰਡ ਵਾਲੇ ਆਪਣੇ ਭਾਗਾਂ ਨੂੰ। ਹੁੰਦਿਆਂ ਦੂਰ-ਦੂਰ ਤੋੜੀ ਸ਼ਕੁੰਤਲਾ ਦੀ ਮਹਾਨਤਾ ਫੈਲ ਗਈ। ਐਤਵਾਰ ਵਾਲੇ ਦਿਨ ਇਸ ਪਿੰਡ ਇੱਕ ਤਕੜਾ ਸਤਸੰਗ ਲੱਗ ਜਾਂਦਾ ਸੀ। ਚੰਦਨ ਦੀ ਵਾਸ਼ਨਾ ਜਿੱਥੋਂ ਤੱਕ ਜਾਂਦੀ ਸੀ, ਜੰਗਲਾਂ ਦੇ ਜੰਡਾਂ ਕਰੀਰਾਂ ਨੂੰ ਵੀ ਆਪਣਾ ਰੂਪ ਬਣਾਈ ਜਾਂਦੀ ਸੀ। ਅੱਜ ਕੱਲ ਸ਼ਕੁੰਤਲਾ ਨੂੰ ਪਤੀ ਵਿਯੋਗ ਦਾ ਅੱਗੇ ਜਿੰਨਾ ਦੁੱਖ ਨਹੀਂ ਸੀ, ਉਸ ਦੀ ਇਹ ਥਾਂ ਹੁਣ ਨਾਮ ਅਭਿਆਸ ਨੇ ਲੈ ਲਈ ਸੀ। ਉਸ ਨੂੰ ਨਾਮ ਦੀ ਉਹ ਰੰਗਨ ਚੜ ਗਈ। ਰੱਬੀ ਤਾਕਤਾਂ ਤੇ ਉਸ ਦੀਆਂ ਅਲੌਕਿਕ ਬਖਸ਼ਿਸ਼ਾਂ ਦਾ ਉਸ ਨੂੰ ਉਹ ਖਜ਼ਾਨਾ ਮਿਲ ਗਿਆ ਜਿਸ ਨੂੰ ਜਿਉਂ-ਜਿਉਂ ਉਹ ਵਰਤਦੀ ਸੀ ਦੂਣਾ ਚੌਣਾ ਹੁੰਦਾ ਜਾਂਦਾ ਸੀ। ਉਸ ਦੇ ਦਿਲ ਦਾ ਸ਼ੀਸ਼ਾ ਇਤਨਾ ਨਿਰਮਲ ਤੇ ਲਿਸ਼ਕਣਾ ਹੋ ਗਿਆ ਸੀ ਕਿ ਹਰ ਚੀਜ਼ ਵਿੱਚ ਉਸ ਨੂੰ ਰੱਬੀ ਜਲਾਲ ਨਜ਼ਰ ਆਉਂਦਾ ਸੀ। ਦੂਜੇ ਸ਼ਬਦਾਂ ਵਿੱਚ ਸ਼ਕੁੰਤਲਾ ਹੁਣ ਉਹ ਬਣ ਗਈ ਸੀ ਜਿਸ ਬਾਬਤ ਕਬੀਰ ਜੀ ਨੇ ਕਿਹਾ ਹੈ, ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਤੂੰ, ਜਬ ਆਪਾ ਮਰਕਾ ਮਿਟ ਗਿਆ ਜਤ ਦੇਖਿਓ ਤਤ ਤੂੰ। ਜਿਸ ਤਰ੍ਹਾਂ ਦੀਵੇ ਦੇ ਆਲੇ ਦੁਆਲੇ ਭੰਬਟਾਂ ਦੇ ਉੱਡਣ ਕਰਕੇ ਉਸ ਦਾ ਚਾਨਣ ਧੁੰਦਲਾ ਹੋ ਜਾਂਦਾ ਹੈ, ਉਸੇ ਤਰ੍ਹਾਂ ਸ਼ਕੁੰਤਲਾ ਦੇ ਹਿਰਦੇ ਮੰਦਰ ਵਿੱਚ ਜਿਹੜੀ ਸਿਮਰਨ ਜੋਤ ਜਗਮਗਾ ਰਹੀ ਸੀ, ਪਤੀ ਦਾ ਖਿਆਲ ਆਉਂਦਿਆਂ ਹੀ ਉਸ ਦਾ ਮਨ ਕੁਝ ਚੰਚਲ ਹੋ ਜਾਂਦਾ ਤੇ ਇਸ ਦੇ ਨਾਲ ਹੀ ਉਸ ਦਿਨ ਜੋਤ ਦਾ ਪ੍ਰਕਾਸ਼ ਵੀ ਕੁਝ ਫਿੱਕਾ ਪੈਣ ਲੱਗ ਪੈਂਦਾ। ਇਸ ਨਾਲ ਸ਼ਕੁੰਤਲਾ ਦੀ ਉਹ ਹਾਲਤ ਹੋ ਜਾਂਦੀ ਸੀ ਜਿਹੜੀ ਇੱਕ ਅਮਲੋਂ ਟੁੱਟੇ ਅਫੀਮੀ ਦੀ ਹੁੰਦੀ ਹੈ। ਉਸ ਨੂੰ ਪਤੀ ਮਿਲਾਪ ਦੀ ਸਿੱਕ ਇਤਨਾ ਦੁਖੀ ਨਹੀਂ ਸੀ ਕਰਦੀ ਜਿੰਨੀ ਕਿ ਪਤੀ ਸੁਧਾਰ ਦੀ ਸਿੱਕ। ਪਤੀ ਨੂੰ ਆਤਮਿਕ ਨਿਰਬਲਤਾ ਰੂਪੀ ਦਲਦਲ ਦੇ ਚੁੱਲ੍ਹੇ ਵੱਲ ਪੈਰੋਂ ਪੈਰ ਤਿਲਕਦਾ ਉਹ ਵੇਖ ਚੁੱਕੀ ਸੀ। ਉਹ ਇਹ ਵੀ ਜਾਣਦੀ ਸੀ ਕਿ ਮਿੱਠੇ ਸੰਤਰੇ ਦੀਆਂ ਫਾੜੀਆਂ ਵਿੱਚੋਂ ਰਸ ਚੂਸਦਿਆਂ ਉਸ ਦੇ ਬੀਆਂ ਨੂੰ ਵੀ ਨਾਲ ਹੀ ਚੱਬ ਕੇ ਉਸ ਦੇ ਪਤੀ ਨੇ ਮੂੰਹ ਕੌੜਾ ਕਰਨ ਤੋਂ ਛੁੱਟ ਸੰਤਰੇ ਦਾ ਵੀ ਸਵਾਦ ਤੇ ਕਦਰ ਗਵਾ ਲਿਆ ਹੈ। ਪਰ ਪਤੀ ਦੇ ਹੱਥੋਂ ਇਸ ਤਰ੍ਹਾਂ ਤਿਰਸਕਾਰੀ ਤੇ ਕੋਈ ਗਈ ਸੀ ਜਿਸ ਤਰ੍ਹਾਂ ਸੌਂਕਣ ਦੇ ਕਾਰਿਆਂ ਦਾ ਸ਼ਿਕਾਰ ਹੋ ਕੇ ਉਹ ਤਖਤੋਂ ਚੁੱਕ ਕੇ ਤਖਤੇ ਤੇ ਸੁੱਟ ਦਿੱਤੀ ਗਈ ਸੀ। ਇਸ ਦਾ ਉਸ ਨੂੰ ਕਦੇ ਖਿਆਲ ਨਹੀਂ ਸੀ ਆਇਆ। ਭਾਰਤ ਮਾਤਾ ਤੇਰੀਆਂ ਸਤੀ ਵਰਤ ਤੇ ਪਤੀ ਵਰਤ ਪੁੱਤਰੀਆਂ ਦੇ ਇਹੋ ਲੱਛਣ ਹੁੰਦੇ ਹਨ। ਹੇ ਰਜਨੀ, ਤੇਰੀ ਮਿੱਟੀ ਦੇ ਉਹ ਪਾਵਨ ਤੇ ਵਡਮੁੱਲੇ ਕਿਣਕੇ ਧਨ ਹਨ ਜਿਨ੍ਹਾਂ ਨੂੰ ਤੇਰੀਆਂ ਜੈਸੀਆਂ ਪੁੱਤਰੀਆਂ ਦੇ ਚਰਨ ਇੱਕ ਵਾਰੀ ਪਰਸ ਜਾਣ। ਸ਼ਕੁੰਤਲਾ, ਭਾਰਤ ਮਾਤਾ ਦੀ ਸੱਚੀ ਸਪੁੱਤਰੀ ਸ਼ਕੁੰਤਲਾ, ਤੂੰ ਧਨ ਹੈ, ਤੈਨੂੰ ਪ੍ਰਣਾਮ, ਤੈਨੂੰ ਨਮਸਕਾਰ। ਅੰਕ 14ਵਾਂ। ਕਿਸੇ ਦੇ ਕਹਿਣ ਵਾਂਗੂ ਅਖੇ ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ। ਇਹੋ ਹਾਲ ਜੋਗਿੰਦਰ ਸਿੰਘ ਦਾ ਹੋਇਆ। ਉਸਨੇ ਜਿਸ ਮਤਲਬ ਲਈ ਮੋਤੀਆਂ ਦੀ ਮਾਲਾ ਲਾ ਕੇ ਹਾਲ ਦੀ ਪੰਜਾਲੀ ਗੱਲ ਪਵਾਈ ਸੀ, ਉਸ ਦਾ ਉਹ ਮਤਲਬ ਫਿਰ ਵੀ ਪੂਰਾ ਨਾ ਹੋਇਆ। ਦੂਜੇ ਵਿਆਹ ਨੂੰ 5 ਵਰ੍ਹੇ ਬੀਤ ਗਏ ਪਰ ਉਸ ਦੇ ਘਰ ਉਹ ਪੰਛੀ ਨਾ ਚਹਿਕਿਆ ਜਿਸ ਦੀ ਸਿੱਕ ਉਸਨੇ ਇੱਕ ਮਿੱਠ ਬੋਲੀ ਕੋਇਲ ਨੂੰ ਹਟਾ ਕੇ ਉਸ ਦੀ ਥਾਂ ਇੱਕ ਭੁੱਖੀ ਬਗਿਆੜੀ ਲਿਆ ਬਿਠਾਈ ਸੀ। ਹੁਣ ਤੱਕ ਜੋਗਿੰਦਰ ਸਿੰਘ ਦਲੀਪ ਕੌਰ ਦੇ ਮੋਹ ਜਾਲ ਵਿੱਚ ਫਸ ਕੇ ਜਾਂ ਖਬਰੇ ਪੁੱਤਰ ਦੀ ਤੰਗ ਕਰਕੇ ਉਸ ਦੀ ਹਰ ਇੱਕ ਫਰਮਾਇਸ਼ ਪੂਰੀ ਕਰਦਾ ਰਿਹਾ ਸੀ। ਪਰ ਅਖੀਰ ਵਿੱਚ ਦਲੀਪ ਕੌਰ ਦੀਆਂ ਨਿਤ ਦੀਆਂ ਅੜੀਬਾਜ਼ੀਆਂ ਤੋਂ ਇਤਨਾ ਤੰਗ ਆ ਗਿਆ ਕਿ ਉਸ ਨੂੰ ਆਪਣਾ ਜਿਉਣਾ ਬੋਝਲ ਮਾਲੂਮ ਹੋਣ ਲੱਗਾ। ਇਸ ਪੂਰਬੀ ਵਾਧਾ ਇਹ ਕਿ ਉਸ ਦੀ ਲਿਆਂਦੀ ਹੋਈ ਕਿਸੇ ਚੀਜ਼ ਨੂੰ ਦਲੀਪ ਕੌਰ ਦੀ ਜ਼ੁਬਾਨ ਸੜ ਜਾਏ ਜੇ ਉਸਨੇ ਕਦੀ ਸਲਾਇਆ ਹੋਵੇ। ਜੋਗਿੰਦਰ ਸਿੰਘ ਭਾਵੇਂ ਆਪਣੇ ਵੱਲੋਂ ਵਿੱਤੋਂ ਵੱਧ ਖਰਚ ਕਰਕੇ ਉਸ ਲਈ ਚੰਗਾ ਗਹਿਣਾ ਕੱਪੜਾ ਲਿਆਉਂਦਾ ਸੀ, ਪਰ ਇੱਧਰ ਬੰਗਾਲੀ ਬਾਬੂ ਨੂੰ ਕੰਬਲ ਦੇ ਵਿੱਚੋਂ ਦੀ ਠੰਡ ਆਉਂਦੀ ਰਹਿੰਦੀ ਸੀ। ਜੋਗਿੰਦਰ ਸਿੰਘ ਫੁੱਲ ਝੜੀਆਂ ਦੇ ਫੁੱਲ ਤਾਂ ਇਕੱਠੇ ਕਰ ਸਕਿਆ ਪਰ ਹੱਥ ਉਸਨੇ ਜ਼ਰੂਰ ਸਾੜ ਲਏ ਸਨ। ਅਰਥਾਤ ਦਲੀਪ ਕੌਰ ਨੂੰ ਅਪਣਾਉਣ ਲਈ ਉਸਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਉਸ ਲਈ ਜੋ ਨਹੀਂ ਸੀ ਕਰਨਾ ਉਹ ਵੀ ਕੀਤਾ, ਪਰ ਅਖੀਰ ਕੁੱਤੇ ਨੂੰ ਖੀਰ ਨਾ ਹੀ ਪਚੀ ਤੇ ਦਲੀਪ ਕੌਰ ਜੰਦਿਆਂ ਸਹੇੜਦਿਆਂ ਦੇ ਸਿਰ ਸੁਆਹ ਦਾ ਬੁੱਕ ਪਾ ਕੇ
ਵਿਭਚਾਰਨ ਬਣ ਗਈ। ਉਧਰ ਹੇਮਰਾਜ ਦਾ ਦਿਲ ਵੀ ਹੁਣ ਕਾਲੀ ਕੌਣੀ ਵੱਲੋਂ ਹਟ ਕੇ ਚਿੱਟੀ ਚੁੜੇਲ ਤੇ ਰੀਝ ਗਿਆ ਸੀ। ਉਸਨੇ ਅਜਿਹੇ ਢੰਗ ਵਰਤਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨਾਲ ਸੁਭੱਦਰਾ ਤੇ ਦਲੀਪ ਕੌਰ ਦਾ ਮੇਲ ਗੇਲ ਹੋਰ ਵੀ ਵੱਧ ਜਾਵੇ। ਦਲੀਪ ਕੌਰ ਪਹਿਲਾਂ 1-2 ਦਿਨ ਤਾਂ ਉਸਦੇ ਘਰ ਜਾਣੋਂ ਝਿਜਕੀ, ਪਰ ਹੌਲੀ-ਹੌਲੀ ਉਸਦਾ ਝੱਕ ਦੂਰ ਹੋ ਗਿਆ ਤੇ ਉਹ ਸਾਰਾ ਦਿਨ ਉਧਰੇ ਰਹਿਣ ਲੱਗੀ। ਜਿਸ ਦਿਨ ਦਲੀਪ ਕੌਰ ਉਸਦੇ ਘਰ ਗਈ ਸੀ ਤੇ ਸੁਭੱਦਰਾ ਘਰ ਨਹੀਂ ਸੀ, ਉਸ ਦਿਨ ਸੁਭੱਦਰਾ ਕਿਸੇ ਦੇ ਘਰ ਉਠਾਲੇ ਤੇ ਗਈ ਹੋਈ ਸੀ। ਉਹ ਜਦ ਪਿਛਲੇ ਪਹਿਲ ਘਰ ਮੁੜੀ ਤਾਂ ਹੇਮਰਾਜ ਨੇ ਉਸ ਅੱਗੇ ਦਲੀਪ ਕੌਰ ਦੇ ਆਉਣ ਜਾਂ ਚਿੱਠੀ ਲਿਖਣ ਬਾਬਤ ਭੋਗ ਹੀ ਨਾ ਪਾਇਆ। ਉਸੇ ਸੰਧਿਆ ਨੂੰ ਸੁਭੱਦਰਾ ਕੱਲ ਵਾਲੀ ਗੱਲ ਦਾ ਪਤਾ ਕਰਨ ਲਈ ਦਲੀਪ ਕੌਰ ਦੇ ਘਰ ਗਈ। ਦਲੀਪ ਕੌਰ ਨੇ ਉਸਨੂੰ ਸ਼ਕੁੰਤਲਾ ਬਾਰੇ ਖੂਬ ਮਸਾਲੇ ਲਾ ਕੇ ਹਾਲ ਸੁਣਾਇਆ, ਪਰ ਉਸਦੇ ਘਰ ਜਾਣ ਦਾ ਉਸਨੇ ਵੀ ਸੁਭੱਦਰਾ ਅੱਗੇ ਕੋਈ ਜ਼ਿਕਰ ਨਾ ਕੀਤਾ। ਸੁਭੱਦਰਾ ਨੂੰ ਉਸਦੇ ਨਵੇਂ ਪੰਧ ਪੈਣ ਬਾਰੇ ਖੁਆਬ ਖਿਆਲ ਵੀ ਨਹੀਂ ਸੀ ਤੇ ਨਾ ਹੀ ਜੋਗਿੰਦਰ ਸਿੰਘ ਨੂੰ। ਦਲੀਪ ਕੌਰ ਤੇ ਹੇਮਰਾਜ ਦਾ ਇਹ ਲੁਕਵਾਂ ਸਬੰਧ ਸੁਭੱਦਰਾ ਤੋਂ ਬਹੁਤੇ ਦਿਨ ਗੁਪਤ ਨਾ ਰਹਿ ਸਕਿਆ। ਇੱਕ ਦਿਨ ਜਦ ਹੇਮਰਾਜ ਘਰ ਸੀ, ਦਲੀਪ ਕੌਰ ਤੇ ਸੁਭੱਦਰਾ ਰਸੋਈ ਵਿੱਚ ਬੈਠੀਆਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ। ਸੁਭੱਦਰਾ ਭਾਜੀ ਰਿੰਨ ਰਹੀ ਸੀ। ਇਸੇ ਵੇਲੇ ਹੇਠੋਂ ਇੱਕ ਫੇਰੀ ਵਾਲੇ ਦੀ ਆਵਾਜ਼ ਆਈ, ਜਿਹੜਾ ਸਬਜ਼ੀ ਭਾਜੀ ਵੇਚ ਰਿਹਾ ਸੀ। ਸੁਭੱਦਰਾ ਕਈਆਂ ਦਿਨਾਂ ਤੋਂ ਕਰੇਲੇ ਬਣਾਉਣ ਲਈ ਸੋਚ ਰਹੀ ਸੀ। ਉਹ ਦਲੀਪ ਕੌਰ ਨੂੰ ਇਹ ਕਹਿ ਕੇ ਕਿ ਭੈਣ ਰਤਾ ਪਤੀਲੇ ਵਿੱਚ ਕੜਛੀ ਮਾਰੀ, ਭਾਜੀ ਨਾ ਸੜ ਜਾਏ ਤੇ ਮੈਂ ਭੱਜ ਕੇ ਕਰੇਲੇ ਲੈ ਆਵਾਂ, ਹੇਠਾਂ ਉਤਰ ਗਈ। ਹੇਮਰਾਜ ਨੇ ਸੁਣ ਲਿਆ ਤੇ ਛੇਤੀ ਨਾਲ ਅੰਦਰੋਂ ਉੱਠ ਕੇ ਰਸੋਈ ਵਿੱਚ ਆ ਗਿਆ। ਆਉਂਦਿਆਂ ਹੀ ਉਸਨੇ ਇਕੱਲੀ ਬੈਠੀ ਹੋਈ ਦਲੀਪ ਕੌਰ ਦੇ ਪਿੱਛੇ ਦੀ ਹੋ ਕੇ ਉਸਦੇ ਮੋਢੇ ਨੂੰ ਫੜ ਲਿਆ। ਉਹ ਕੋਈ ਗੱਲ ਕਰਨ ਲੱਗਾ ਸੀ, ਪਰ ਗੱਲ ਹਜੇ ਉਸਦੇ ਮੂੰਹ ਵਿੱਚ ਹੀ ਸੀ ਕਿ ਉਸਨੂੰ ਪਿੱਛੋਂ ਬੂਹੇ ਵੱਲੋਂ ਕਿਸੇ ਦਾ ਝੋਲਾ ਪਿਆ। ਉਸਨੇ ਪਰਤ ਕੇ ਡਿੱਠਾ ਤਾਂ ਸੁਭੱਦਰਾ ਦਲੀਜਾਂ ਵਿੱਚ ਖੜੀ ਸੀ। ਹੇਮਰਾਜ ਦਾ ਖਿਆਲ ਸੀ ਕਿ ਜਨਾਨੀਆਂ ਭਾਜੀ ਖਰੀਦਣ ਗਈਆਂ ਛੇਤੀ ਥੋੜੇ ਹੀ ਮੁੜਦੀਆਂ ਨੇ, ਪਰ ਸੁਭੱਦਰਾ ਪੌੜੀਆਂ ਵਿੱਚੋਂ ਹੀ ਛਾਬੜੀ ਵਾਲੇ ਦੇ ਕਰੇਲੇ ਵੇਖ ਕੇ ਮੁੜ ਆਈ। ਇਹ ਬਹੇ ਤਰਬੇਹੇ ਤੇ ਪੱਕੇ ਹੋਏ ਸਨ। ਸੁਭੱਦਰਾ ਨੂੰ ਖੜੀ ਵੇਖ ਕੇ ਦੋਹਾਂ ਦੇ ਸਿਰ ਤੇ 7 ਘੜੇ ਪਾਣੀ ਪੈ ਗਿਆ। ਜਿਸ ਤਰ੍ਹਾਂ ਕੋਈ ਚੋਰ ਚੋਰੀ ਕਰਨ ਲਈ ਕਮੰਦ ਲਾ ਕੇ ਉਤਲੀ ਛੱਤੇ ਚੜਦਾ ਜਾ ਰਿਹਾ ਹੋਵੇ। ਉਹ ਹਜੇ ਬਨੇਰੇ ਤੱਕ ਵੀ ਨਾ ਪੜਿਆ ਹੋਵੇ ਕਿ ਉਸਦੀ ਨਜ਼ਰ ਉੱਪਰ ਖੜੇ ਘਰ ਦੇ ਮਾਲਕ ਤੇ ਪੈ ਜਾਵੇ, ਜਿਹੜਾ ਛੁਰੀ ਨਾਲ ਦਵਾ-ਦਵ ਕਮੰਦ ਕੱਢ ਰਿਹਾ ਹੋਵੇ। ਤਾਂ ਉਸ ਵੇਲੇ ਜਿਹੜੀ ਉਸਦੀ ਹਾਲਤ ਹੁੰਦੀ ਹੈ, ਸ਼ਾਇਦ ਉਸ ਨਾਲੋਂ ਵੱਧ ਇਸ ਵੇਲੇ ਦਲੀਪ ਕੌਰ ਤੇ ਹੇਮਰਾਜ ਦੀ ਸੀ। ਉਹ ਦਲੀਪ ਕੌਰ ਨੂੰ ਛੱਡ ਕੇ ਵੱਖ ਹੋ ਗਿਆ, ਪਰ ਸ਼ਰਮ ਨਾਲ ਦੋਵੇਂ ਮਿੱਟੀ ਹੋਏ ਪਏ ਸਨ। ਸ਼ਰਮਾਕਲ ਤੋਂ ਸ਼ਰਮਾਕਲ ਮਰਦ ਉੱਤੇ ਵੀ ਜਦੋਂ ਇਹੋ ਜਿਹਾ ਮੌਕਾ ਬਣ ਜਾਵੇ ਤਾਂ ਇਹ ਸੋਚ ਕੇ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ, ਜਰਾ ਦਲੇਰੀ ਵਿਖਾਉਣ ਤੇ ਉੱਤਰ ਆਉਂਦਾ ਹੈ ਤੇ ਕੁਝ ਚਿਰ ਲਈ ਉਸਦਾ ਡਰ ਭੌਂ ਜਾਂਦਾ ਰਹਿੰਦਾ ਹੈ। ਹੇਮਰਾਜ ਪਹਿਲਾਂ ਘਾਬਰ ਗਿਆ, ਪਰ ਝੱਟ ਹੀ ਉਸਦੇ ਚਿਹਰੇ ਤੇ ਘਬਰਾਹਟ ਦੇ ਥਾਂ ਬੇਗੈਰਤੀ ਦੀ ਦਲੇਰੀ ਪ੍ਰਗਟ ਹੋਈ। ਸੁਭੱਦਰਾ ਦੀਆਂ ਅੱਖਾਂ 'ਚੋਂ ਇਸ ਵੇਲੇ ਲਹੂ ਉਤਰ ਰਿਹਾ ਸੀ ਤੇ ਉਸਨੂੰ ਇਉਂ ਮਾਲੂਮ ਹੁੰਦਾ ਸੀ ਜਿਕਨ ਉਸਦੇ ਸਿਰ ਵਿੱਚ ਬੰਬ ਗੋਲਾ ਵੱਜ ਕੇ ਉਸਨੂੰ ਚੂਰ-ਚੂਰ ਕਰ ਗਿਆ ਹੈ। ਉਹ ਅੰਗਾਰਾਂ ਵਾਂਗ ਭਖਦੀ ਹੋਈ ਪਤੀ ਵੱਲ ਮੂੰਹ ਕਰਕੇ ਬੋਲੀ, ਇਹ ਕੀ ਹੋ ਰਿਹਾ ਏ? ਹੇਮਰਾਜ ਨੇ ਇਸ ਦਾ ਕੋਈ ਉੱਤਰ ਨਾ ਦਿੱਤਾ ਤੇ ਦਲੀਪ ਕੌਰ ਦਾ ਸਿਰ ਤਾਂ ਧਰਤੀ ਨਾਲ ਲੱਗਦਾ ਜਾ ਰਿਹਾ ਸੀ। ਫਿਰ ਸੁਭੱਦਰਾ ਨੇ ਦਲੀਪ ਕੌਰ ਵੱਲ ਤੱਕ ਕੇ ਸਾਹੋ ਕੇ ਕਿਹਾ, ਹੈ ਨੀ ਟੂਣੇ ਹਾਰੀਏ, ਤੇਰੇ ਸਿਰ ਵਿੱਚ ਭੁੱਬਲ ਪਾਵਾਂ, ਇਸੇ ਕਰਕੇ ਸੌਂਕਣ ਨੂੰ ਕੱਢ ਕੇ ਖਸਮ ਉੱਤੇ ਕਾਠੀ ਪਾਈ ਊ। ਆਖਾ ਤੇਰੀ ਗੁੱਤ ਫੂਕਾ ਚੰਗੀ ਤਰ੍ਹਾਂ। ਤੇ ਉਹ ਦੰਦੀਆਂ ਪੀਂਦੀ ਤੇ ਲੜਖੜਾਂਦੀ ਹੋਈ ਇਸ ਤਰ੍ਹਾਂ ਉਸ ਵੱਲ ਝਪਟੀ ਜਿਕਨ ਉਸਦਾ ਕੀਮਾ ਕਰ ਸੁੱਟੇਗੀ। ਹੇਮਰਾਜ ਨੂੰ ਪਤਾ ਨਹੀਂ ਕੀ ਸੁੱਝੀ। ਉਸਨੇ ਅਗਾਂਹ ਹੋ ਕੇ ਸੁਭੱਦਰਾ ਦੀ ਬਾਂਹ ਫੜੀ ਤੇ ਉਸਨੂੰ ਇੱਕੇ ਝਟਕੇ ਨਾਲ ਰਸੋਈ ਤੋਂ ਬਾਹਰ ਧਕੇਲਦਾ ਹੋਇਆ ਬੋਲਿਆ, ਬਸ ਖਬਰਦਾਰ ਜੇ ਉਸਨੂੰ ਹੱਥ ਲਾਇਆ। ਜਿਸ ਤਰ੍ਹਾਂ ਕੋਈ ਆਦਮੀ ਰਾਹ ਵਿੱਚੋਂ ਡੱਡ ਬੈਠੀ ਹੋਈ ਵੇਖ ਕੇ ਬੇਪਰਵਾਹੀ ਨਾਲ ਉਸਦੇ ਪਾਸੋਂ ਲੰਘਣ ਲੱਗੇ, ਪਰ ਉਹ ਡੱਡ ਇੱਕਦਮ ਮਠੂਹੇ ਦੇ ਰੂਪ ਵਿੱਚ ਬਦਲ ਕੇ ਤੇ ਦੌੜ ਕੇ ਉਸਦੇ ਕੱਪੜਿਆਂ ਵਿੱਚ ਵੜ ਜਾਵੇ, ਇਸ ਪਰ ਉਹ ਗੁੱਸੇ ਤੇ ਡਰ ਨਾਲ ਤਲਮਲਾ ਉੱਠਦਾ ਹੈ। ਉਹੀ ਹਾਲਤ ਪਤੀ ਦੀ ਇਹ ਦਲੇਰੀ ਵੇਖ ਕੇ ਸੁਭੱਦਰਾ ਦੀ ਹੋਈ। ਉਸਦੇ ਕ੍ਰੋਧ ਦੀ ਬਲਦੀ ਅੱਗ ਉੱਤੇ ਤੇਲ ਪੈ ਗਿਆ ਤੇ ਭੁੱਖੀ ਸ਼ੇਰਨੀ ਵਾਂਗ ਗਰਜ ਕੇ ਬੋਲੀ, ਹਟ ਦਫਾ ਹੋਣਿਆ ਬੇਸ਼ਰਮਾ, ਛੱਡ ਦੇ ਮੇਰੀ ਬਾਹ, ਤੈਨੂੰ ਕਹਿਨੀ ਆ। ਤੇ ਇਸ ਦੇ ਨਾਲ ਹੀ ਉਹ ਕੰਧ ਨਾਲ ਜ਼ੋਰ-ਜ਼ੋਰ ਦੀ ਸਿਰ ਮਾਰਦੀ ਹੋਈ ਉੱਚੀ-ਉੱਚੀ ਰੋਣ ਲੱਗ ਪਈ। ਪਰ ਹੇਮਰਾਜ ਨੇ ਉਸਦੀ ਬਾਹ ਨਾ ਛੱਡੀ ਤੇ ਉਸਨੂੰ ਉਸੇ ਤਰ੍ਹਾਂ ਖਿੱਚਦਾ ਘਸੀਟਦਾ ਅੰਦਰ ਬੈਠਕ ਵਿੱਚ ਲੈ ਗਿਆ। ਉਸਨੂੰ ਡਰ ਸੀ ਕਿਤੇ ਇਸ ਦਾ ਰੌਲਾ ਸੁਣ ਕੇ ਆਣ ਗਵਾਂਢ ਨੂੰ ਖਬਰ ਨਾ ਹੋ ਜਾਵੇ। ਉਸਦੇ ਅੰਦਰ ਹੁੰਦਿਆਂ ਹੀ ਉਹਨੇ ਝੱਟ ਅੰਦਰੋਂ ਕੁੰਡਾ ਅੜਾ ਦਿੱਤਾ। ਇੱਧਰ ਖੂਹ ਵਿੱਚ ਡਿੱਗੇ ਬਾਂਦਰ ਦਾ ਹੱਥ ਮਾਲ ਨੂੰ ਪੈ ਗਿਆ। ਦਲੀਪ ਕੌਰ ਨੇ ਅੱਗਾ ਡਿੱਠਾ ਨਾ ਪਿੱਛਾ ਸਿਰ ਤੇ ਪੈਰ ਰੱਖ ਕੇ ਜਿਉਂ ਨੱਸੀ ਘਰ ਜਾ ਸਾ ਲਿਆ। ਹੇਮਰਾਜ ਨੇ ਜਦ ਸੁਭੱਦਰਾ ਨੂੰ ਇਸ ਤਰ੍ਹਾਂ ਡੱਕ ਦਿੱਤਾ ਤੇ ਉਸਦੇ ਮੂੰਹ
ਹੱਥ ਮੂੰਹ ਅੱਗੇ ਹੱਥ ਦਾ ਠੱਪਾ ਦੇ ਦਿੱਤਾ ਤਾਂ ਉਛਲ ਉਛਲ ਕੇ ਉਸਦੇ ਹੱਥੀ ਪੈਣ ਲੱਗੀ। ਹੇਮਰਾਜ ਨੇ ਉਸਨੂੰ ਇੱਕਦਮ ਛੱਡ ਦਿੱਤਾ ਤੇ ਫਿਰ ਦਲੇਰੀ ਨਾਲ ਕੜਕ ਕੇ ਬੋਲਿਆ, ਵੇਖ ਸਾਹਮਣੇ ਬੈਠ ਜਾ ਤੇ ਧਿਆਨ ਨਾਲ ਮੇਰੀ ਗੱਲ ਸੁਣ। ਜੇਲ੍ਹ ਦੇ ਦਰੋਗੇ ਨੂੰ ਵੀ ਕਦੇ ਇਹ ਉਮੀਦ ਹੋ ਸਕਦੀ ਹੈ ਕਿ ਉਸਦਾ ਕੈਦੀ ਉਸਨੂੰ ਲਲਕਾਰ ਕੇ ਆਖੇਗਾ ਕਿ ਸਾਹਮਣੇ ਬੈਠ ਜਾ ਤੇ ਮੇਰੀ ਗੱਲ ਸੁਣ। ਸੁਭਦਰਾ ਬੂਹੇ ਵੱਲ ਵੇਖਦੀ ਹੋਈ ਬੋਲੀ, ਸੁਣਨੀ ਆ ਗੱਲ, ਠਹਿਰ ਜਾ, ਪਹਿਲਾਂ ਮੈਂ ਉਸ ਰੰਡੀ ਦਾ ਝਾਟਾ ਤਾਂ ਫੂਕ ਲਵਾਂ। ਹੇਮਰਾਜ ਨੇ ਹੱਸ ਕੇ ਕਿਹਾ, ਉਹ ਚਲੀ ਗਈ ਏ, ਹੁਣ ਤੱਕ ਬੈਠੀ ਹੋਈ ਏ ਤੇਰੇ ਲਈ। ਸਪਨੀ ਵਾਂਗ ਫੁਕਾਰੇ ਮਾਰਦੀ ਹੋਈ ਉਹ ਮੁੜ ਆਈ ਤੇ ਇਸ ਵੇਲੇ ਜਰਾ ਵਿੱਥ ਤੇ ਖਲੋ ਕੇ ਹੇਮਰਾਜ ਨੇ ਜੇਬ ਵਿੱਚੋਂ ਉਹੀ ਕਾਗਜ਼ ਕੱਢਿਆ ਤੇ ਫਿਰ ਬੋਲਿਆ, ਪਤਾ ਹੀ ਏ ਕੀ ਏ? ਸੁਭਦਰਾ ਗੁੱਸੇ ਨਾਲ ਕੰਬਦੀ ਹੋਈ ਬੋਲੀ, ਮੇਰੀ ਜਾਣੇ ਜੁੱਤੀ ਕੀ ਏ? ਪਰ ਗੱਲ ਟੋਕ ਕੇ ਹੇਮਰਾਜ ਨੇ ਕਿਹਾ, ਠਹਿਰ ਜਾ ਤੇ ਇਸ ਦਾ ਮਜਮੂਨ ਧਿਆਨ ਨਾਲ ਸੁਣ। ਇਹ ਤੇਰੀ ਇਸੇ ਸਹੇਲੀ ਦੀ ਚਿੱਠੀ ਏ। ਤੇ ਉਹ ਛੇਤੀ ਛੇਤੀ ਚਿੱਠੀ ਪੜ੍ਹ ਗਿਆ। ਨਾਲ ਉਸਨੂੰ ਸੰਖੇਪ ਵਿੱਚ ਇਸ ਚਿੱਠੀ ਦਾ ਸਾਰਾ ਇਤਿਹਾਸ ਵੀ ਉਸਨੂੰ ਦੱਸ ਦਿੱਤਾ। ਸੁਭਦਰਾ ਸਮਝ ਗਈ ਕਿ ਜਿਸ ਪਤੀ ਨੂੰ ਮੈਂ ਪਹਾੜ ਦੇ ਔਜੜ ਰਾਹੇ ਪੈਂਦੇ ਨੂੰ ਮੋੜ ਰਹੀ ਹਾਂ, ਉਹ ਤਾਂ ਇਸ ਤੋਂ ਪਹਿਲਾਂ ਹੀ ਸਿਖਰ ਨੂੰ ਹੱਥ ਲਾ ਮੁੜਿਆ ਹੈ। ਤੇ ਨਾਲ ਹੀ ਉਹ ਇਹ ਵੀ ਜਾਣ ਗਈ ਕਿ ਦਲੀਪ ਕੌਰ ਜਿੱਥੇ ਆਪਣੀ ਗੁੱਤ ਸਦਾ ਲਈ ਇਸ ਦੇ ਹੱਥ ਫੜਾ ਗਈ ਹੈ, ਉੱਥੇ ਮੇਰੀ ਸਾਹ ਰਗ ਵੀ ਇਸ ਦੀ ਛੁਰੀ ਹੇਠ ਦੇ ਗਈ। ਸੁਭਦਰਾ ਦਾ ਸਾਰਾ ਗੁੱਸਾ ਜਾਂਦਾ ਰਿਹਾ ਤੇ ਜਿੱਥੇ ਖੜੀ ਸੀ ਉੱਥੇ ਹੀ ਝੱਗ ਵਾਂਗ ਬੈਠ ਗਈ। ਉਸ ਦੀ ਸਲਾਹ ਹੋਈ ਕਿ ਕਿਸੇ ਤਰ੍ਹਾਂ ਇਹ ਚਿੱਠੀ ਉਸਦੇ ਹੱਥੋਂ ਉਡਾ ਲਵੇ, ਪਰ ਹੇਮਰਾਜ ਵੀ ਰਿੰਦ ਸੀ। ਝੱਟ ਸੁਭਦਰਾ ਦੀ ਨੀਤ ਨੂੰ ਤਾੜ ਕੇ ਬੋਲਿਆ, ਸ਼ੇਰਾਂ ਦੇ ਮੂੰਹ ਚੋਂ ਮਾਸ ਖੋਣਾ ਇਤਨਾ ਸੁਖਾਲਾ ਨਹੀਂ। ਯਾਦ ਰੱਖ, ਅੱਜ ਤੋਂ ਲੈ ਕੇ ਮੇਰੀ ਕਿਸੇ ਗੱਲ ਵਿੱਚ ਵੀ ਤੂੰ ਦਖਲ ਦਿੱਤਾ ਤਾਂ ਤੇਰਾ ਪੂਰਾ ਪਹਿਲਾਂ ਉਣਿਆ ਜਾਵੇਗਾ। ਜੇ ਭਲਾ ਚਾਹੁੰਦੀ ਏ ਤਾਂ ਦੜ ਵੱਟ ਕੇ ਦਿਨ ਕੱਟ। ਸੁਭਦਰਾ ਜਾਣਦੀ ਸੀ ਕਿ ਮੈਂ ਇਸ ਦੀਆਂ ਲਾਵਾਂ ਨਾਲ ਲਿਆਂਦੀ ਹੋਈ ਨਹੀਂ ਹਾਂ। ਜੇ ਅੱਜ ਮੈਨੂੰ ਬੋਦੀਓਂ ਫੜ ਕੇ ਧੱਕਾ ਦੇ ਦੇਵੇ ਤਾਂ ਧੋਬੀ ਦੇ ਕੁੱਤੇ ਵਾਂਗ ਮੈਂ ਘਰੋਂ ਘਾਟੋਂ ਦੋਹਾਂ ਤੋਂ ਜਾਵਾਂਗੀ। ਇਸ ਦੇ ਨਾਲ ਹੀ ਉਸਨੂੰ ਇਹ ਵੀ ਚਿੰਤਾ ਹੋਈ ਕਿ ਹੁਣ ਇਸ ਘਰ ਵਿੱਚ ਜਦ ਕਿ ਮੱਗੀ ਨੂੰ ਮਘੇਰਨਾ ਲੱਗ ਗਿਆ ਹੈ, ਮੈਂ ਸੁਖੀ ਨਹੀਂ ਰਹਿ ਸਕਦੀ। ਉਹ ਹਾਰ ਹਟ ਕੇ ਤੇ ਜ਼ਹਿਰ ਦਾ ਘੁੱਟ ਭਰ ਕੇ ਬੈਠ ਗਈ ਤੇ ਫਿਰ ਕੁਝ ਕਹਿਣ ਸੁਣਨ ਦੀ ਉਸ ਵਿੱਚ ਹਿੰਮਤ ਨਾ ਪਈ। ਅੰਕ 15ਵਾਂ। ਇਸ ਦਿਨ ਤੋਂ ਦਲੀਪ ਕੌਰ ਤੇ ਸੁਭਦਰਾ ਦੀ ਬੋਲਚਾਲ ਬੰਦ ਹੋ ਗਈ। ਦਲੀਪ ਕੌਰ ਲਈ ਬੜੀ ਔਕੜ ਬਣ ਗਈ। ਗਲੀ ਮੁਹੱਲੇ ਦੀ ਹੋਰ ਕੋਈ ਤੀਵੀਂ ਤਾਂ ਉਸ ਨਾਲ ਅੱਗੇ ਹੀ ਨਹੀਂ ਸੀ ਬੋਲਦੀ, ਸਗੋਂ ਸ਼ਕੁੰਤਲਾ ਵਰਗੀ ਪ੍ਰਤੀਬਰਤ ਦੇ ਨਾਲ ਉਸ ਦਾ ਨਿਆਉ ਵੇਖ ਕੇ ਤੇ ਉਸ ਦਾ ਲਹੂ ਰੁਹਾਨ ਵਾਲਾ ਅੰਤ ਵੇਖ ਕੇ ਤਾਂ ਗੁਆਂਢਣਾ ਉਸ ਨੂੰ ਉੱਥੇ ਮਾਰਨਾ ਚਾਹੁੰਦੀਆਂ ਸਨ ਜਿੱਥੇ ਪਾਣੀ ਨਾ ਮਿਲੇ। ਉਹ ਸਾਰਾ ਦਿਨ ਘਰੇ ਬੈਠੀ ਮੱਖੀਆਂ ਮਾਰਦੀ ਰਹਿੰਦੀ ਸੀ। ਅੱਗੇ ਤਾਂ ਜੋਗਿੰਦਰ ਸਿੰਘ ਆਉਂਦਾ ਸੀ ਤਾਂ ਦੋਹਾਂ ਦਾ ਹਾਸੇ ਠੱਠੇ ਵਿੱਚ ਵੇਲਾ ਚੰਗਾ ਬੀਤ ਜਾਂਦਾ ਸੀ, ਪਰ ਅੱਜ ਕੱਲ੍ਹ ਇਸ ਦੇ ਉਲਟ ਇਹ ਹਾਲਤ ਸੀ ਕਿ ਇਕੱਠੇ ਹੁੰਦਿਆਂ ਹੀ ਇਹਨਾਂ ਵਿੱਚ ਉਹ ਜੂਤ ਪਤਾਨ ਹੁੰਦਾ ਸੀ ਕਿ ਰੱਬ ਦੁਸ਼ਮਣ ਨਾਲ ਵੀ ਨਾ ਕਰਾਵੇ। ਜੋਗਿੰਦਰ ਸਿੰਘ ਨੇ ਕੁਝ ਚਿਰ ਤੋਂ ਪੈਸੇ ਧੇਲੇ ਵੱਲੋਂ ਹੱਥ ਖਿੱਚ ਲਿਆ ਸੀ। ਤਾਂ ਤੋਂ ਹੀ ਦਲੀਪ ਕੌਰ ਨੂੰ ਪਤੀ ਦੇ ਖੀਸੇ ਫੋਲਣ ਦੀ ਆਦਤ ਪੈ ਗਈ ਸੀ। ਰੋਜ਼-ਰੋਜ਼ ਦੇ ਇਸ ਚੰਦਰੇ ਵਰਤਾਓ ਤੋਂ ਜੋਗਿੰਦਰ ਸਿੰਘ ਤੰਗ ਆ ਗਿਆ ਸੀ। ਰਾਤ ਨੂੰ ਜੋ ਕੁਝ ਉਸਦੇ ਖੀਸੇ ਵਿੱਚ ਹੁੰਦਾ ਸੀ, ਵੱਡੇ ਵੇਲੇ ਉਡੰਤ ਹੁੰਦਾ ਸੀ। ਜੋਗਿੰਦਰ ਸਿੰਘ ਬਥੇਰਾ ਖਪਦਾ ਖਿੱਚਦਾ, ਗਾਲ ਮੰਦਾ ਕੱਢਦਾ, ਇੱਥੋਂ ਤੱਕ ਕਿ ਮਾਰ-ਮਾਰ ਕੇ ਵੀ ਉਸਦੇ ਹੱਥ ਥੱਕ ਗਏ, ਪਰ ਦਲੀਪ ਕੌਰ ਵੀ ਮੂੰਹੋਂ ਲੱਥੀ ਲੋਈ ਤੇ ਕੀ ਕਰੇਗਾ ਕੋਈ ਵਾਲੀ ਗੱਲ ਮਾਰ ਖਾ ਕੇ ਢੀਠ ਹੋ ਗਈ ਸੀ। ਜੋਗਿੰਦਰ ਸਿੰਘ ਸਾਰੇ ਯਤਨ ਕਰ ਕਰਕੇ ਹਾਰ ਗਿਆ, ਪਰ ਦਲੀਪ ਕੌਰ ਆਪਣੀ ਆਦਤ ਤੋਂ ਬਾਜ ਨਾ ਆਈ। ਨਾਲੇ ਉਸਨੇ ਆਪ ਹੀ ਪਹਿਲਾਂ ਉਸਨੂੰ ਖੁੱਲਾ ਖਾਣ ਦੀ ਆਦਤ ਪਾਈ ਸੀ ਤੇ ਹੁਣ ਇੱਕਦਮ ਉਸਨੇ ਹੱਥ ਸੰਕੋਚ ਲਿਆ। ਅੰਤ ਕੱਟਿਆਂ ਨੇ ਵੱਟੇ ਤਾਂ ਨਹੀਂ ਸੀ ਚੁੰਗਣੇ। ਜੋਗਿੰਦਰ ਸਿੰਘ ਨੇ ਹਾਰ ਕੇ ਪੈਸੇ ਜੇਬ ਵਿੱਚ ਰੱਖਣੇ ਹੀ ਛੱਡ ਦਿੱਤੇ। ਦਲੀਪ ਕੌਰ ਦਾ ਇਹ ਰਾਹ ਵੀ ਬੰਦ ਹੋ ਗਿਆ। ਅਖੀਰ ਉਸਨੇ ਸੋਚ ਕੇ ਕਿ ਬੁੱਲਾਂ ਤੇ ਜੀਭ ਫੇਰ ਕੇ ਥੁੱਕਦਾ ਹੀ ਘਾਟਾ ਏ, ਨੌਕਰ ਦੇ ਰਾਹੀਂ ਘਰ ਦੀਆਂ ਚੀਜ਼ਾਂ ਤੇ ਛੋਟੇ-ਮੋਟੇ ਗਹਿਣੇ ਵੇਚਣੇ ਸ਼ੁਰੂ ਕਰ ਦਿੱਤੇ। ਇੱਕ ਦਿਨ ਦੀ ਗੱਲ ਹੈ, ਜੋਗਿੰਦਰ ਸਿੰਘ ਨੇ ਵੱਡੇ ਵੇਲੇ ਦਫ਼ਤਰ ਜਾਣ ਤੋਂ ਪਹਿਲਾਂ ਘੜੀ ਵੇਖਣ ਲਈ ਜੇਬ ਵਿੱਚ ਹੱਥ ਪਾਇਆ ਤਾਂ ਘੜੀ ਦਾ ਪਤਾ ਨਹੀਂ ਸੀ। ਕੋਟ ਦੀ ਜੇਬ ਉਲਟਾ ਕੇ ਵੇਖੀ ਕਿ ਕਿਤੇ ਡਿੱਗ ਨਾ ਪਈ ਹੋਵੇ। ਇਹ ਸੋਚ ਕੇ ਉਸਨੇ ਸਾਰਾ ਦਿਨ ਅੰਦਰ ਬਾਹਰ ਫੋਲ ਮਾਰਿਆ, ਪਰ ਘੜੀ ਹੋਵੇ ਤਾਂ ਲੱਭੇ। ਉਸਨੂੰ ਗੁਮਾਨ ਵੀ ਨਹੀਂ ਸੀ ਕਿ ਇਹ ਵੀ ਦਲੀਪ ਕੌਰ ਦਾ ਕੰਮ ਹੈ। ਇੱਕ ਹੋਰ ਘੜੀ ਜੋ ਕਿੰਨੇ ਚਿਰਾਂ ਦੀ ਵਿਗੜੀ ਹੋਈ ਸੀ ਲੈ ਕੇ ਜੋਗਿੰਦਰ ਸਿੰਘ ਘੜੀ ਸਾਜ਼ ਦੀ ਹੱਟੀ ਤੇ ਬਣਵਾਉਣ ਲਈ ਗਿਆ। ਉਸਨੇ ਡਿੱਠਾ ਕਿ ਘੜੀ ਸਾਜ਼ ਗਾਹਕ ਨਾਲ ਇੱਕ ਘੜੀ ਦਾ ਮੁੱਲ ਠਹਿਰਾ ਰਿਹਾ ਹੈ ਤੇ ਇਹ ਉਹੀ ਜੋਗਿੰਦਰ ਸਿੰਘ ਵਾਲੀ ਘੜੀ ਸੀ। ਉਸਨੇ ਜਾਂਦਿਆਂ ਹੀ ਘੜੀ ਗਾਹਕ ਦੇ ਹੱਥੋਂ ਫੜ ਲਈ। ਉਸਨੂੰ ਉਲਟ-ਪੁਲਟ ਕੇ ਇੱਕ ਦੋ ਵਾਰੀ ਵੇਖਿਆ ਤੇ ਫਿਰ ਤੈਸ਼ ਵਿੱਚ ਆ ਕੇ ਉਸਨੇ ਘੜੀ ਸਾਜ਼ ਤੋਂ ਪੁੱਛਿਆ, ਇਹ ਘੜੀ ਕਿੱਥੋਂ ਆਈ ਏ? ਘੜੀ ਸਾਜ਼ ਕੰਬ ਗਿਆ। ਉਹ ਸਮਝ ਗਿਆ ਕਿ ਘੜੀ ਦਾ ਮਾਲਕ ਆ ਗਿਆ ਹੈ, ਪਰ ਹੈ ਸੀ ਕੱਚਾ। ਝੱਟ ਗਿੜਗਿੜਾ ਕੇ ਜੋਗਿੰਦਰ ਸਿੰਘ ਦੇ ਪੈਰਾਂ ਤੇ ਡਿੱਗ ਪਿਆ
ਤੇ ਹੱਥ ਜੋੜ ਕੇ ਕਹਿਣ ਲੱਗਾ, ਸਰਦਾਰ ਜੀ ਮੈਨੂੰ ਮਾਫ ਕਰੋ, ਇਹ ਹਜੇ ਹੁਣੇ ਹੀ ਮੈਂ ਇੱਕ ਆਦਮੀ ਪਾਸੋਂ ਲਈ ਏ। ਜੋਗਿੰਦਰ ਸਿੰਘ ਗੱਲ ਨੂੰ ਹੋਰ ਵਧਾਉਣਾ ਨਹੀਂ ਚਾਹੁੰਦਾ ਸੀ, ਪਰ ਆਂਢ ਗੁਆਂਢ ਦੇ ਦੁਕਾਨਦਾਰਾਂ ਨੂੰ ਜਦ ਪਤਾ ਲੱਗਾ ਕਿ ਘੜੀ ਇਸਦੀ ਹੈ ਤੇ ਇਸਦਾ ਨੌਕਰ ਹੀ ਵੇਚ ਗਿਆ ਹੈ ਤਾਂ ਉਹਨਾਂ ਘੜੀ ਉਹਦੇ ਹਵਾਲੇ ਕਰਕੇ ਤੇ ਮਿੰਨਤ ਤਰਲਾ ਕਰਕੇ ਘੜੀ ਸਾਜ਼ ਦੀ ਖਲਾਸੀ ਕਰਾਈ। ਜੋਗਿੰਦਰ ਸਿੰਘ ਦਾ ਹਜੇ ਵੀ ਖਿਆਲ ਸੀ ਕਿ ਇਹ ਕਾਰਸਤਾਨੀ ਨੌਕਰ ਦੀ ਹੈ। ਦਲੀਪ ਕੌਰ ਬਾਰੇ ਉਸਨੂੰ ਕੋਈ ਸ਼ੱਕ ਸੁਭਾਅ ਨਹੀਂ ਸੀ। ਉਹ ਭੱਜਾ ਭੱਜਾ ਘਰ ਗਿਆ। ਦਲੀਪ ਕੌਰ ਇਸ ਵੇਲੇ ਗਲੀ ਵਿੱਚ ਕਿਸੇ ਕੰਮ ਗਈ ਹੋਈ ਸੀ ਤੇ ਨੌਕਰ ਪਰਨੇ ਨਾਲ ਬਾਰੀਆਂ ਦੇ ਸ਼ੀਸ਼ੇ ਸਾਫ਼ ਕਰ ਰਿਹਾ ਸੀ। ਉਸਨੇ ਬੈਠਕ ਵੱਲ ਜਾਂਦਿਆਂ ਹੋਇਆ ਇਸ਼ਾਰੇ ਨਾਲ ਉਸਨੂੰ ਅੰਦਰ ਸੱਦਿਆ। ਨੌਕਰ ਨੇ ਜਿਉਂ ਹੀ ਸਿਰ ਚੁੱਕ ਕੇ ਮਾਲਕ ਦੀਆਂ ਅੱਖਾਂ ਵੱਲ ਵੇਖਿਆ, ਉਸਦੀਆਂ ਲੱਤਾਂ ਥਰ-ਥਰ ਕੰਬਣ ਲੱਗ ਪਈਆਂ। ਅੰਦਰ ਜਾਣ ਸਾਰ ਜੋਗਿੰਦਰ ਸਿੰਘ ਨੇ ਬਿਨਾਂ ਕੁਝ ਕਹੇ ਸੁਨੇ ਬੈਂਤ ਫੜ ਕੇ ਕਾੜ-ਕਾੜ ਉਸਨੂੰ ਜੜਨੇ ਸ਼ੁਰੂ ਕਰ ਦਿੱਤੇ ਤੇ ਬੋਲਿਆ, ਸਭ ਕੁਝ ਸੱਚੋ ਸੱਚ ਦੱਸ ਦੇ, ਨਹੀਂ ਤਾਂ ਅੱਜ ਤੇਰੀ ਖੱਲ ਉਧੇੜ ਕੇ ਛੱਡਾਂਗਾ। 3-4 ਬੈਂਤ ਖਾਣ ਤੋਂ ਬਾਅਦ ਹੀ ਨੌਕਰ ਸਭ ਕੁਝ ਬਕ ਗਿਆ ਤੇ ਉਸਨੇ ਅਲਫ ਤੋਂ ਯੈ ਤੱਕ ਸਾਰਾ ਬਿਰਤਾਂਤ ਸੁਣਾ ਦਿੱਤਾ। ਜੋਗਿੰਦਰ ਸਿੰਘ ਨੂੰ ਉਸਦੀ ਜ਼ਬਾਨੀ ਪਤਾ ਲੱਗਾ ਕਿ ਘੜੀ ਤੋਂ ਛੁੱਟ ਦਲੀਪ ਕੌਰ ਇਸ ਤੋਂ ਪਹਿਲਾਂ ਕਈ ਹੋਰ ਛੋਟੇ-ਮੋਟੇ ਗਹਿਣੇ ਵੀ ਇਸੇ ਰਾਹੀਂ ਵੇਚ ਚੁੱਕੀ ਹੈ, ਜੋ ਫਲਾਣੇ ਆਦਮੀ ਪਾਸ ਐਨੇ ਮੁੱਲ ਤੋਂ ਵੇਚੇ ਗਏ ਹਨ। ਦਲੀਪ ਕੌਰ ਨੇ ਭਾਵੇਂ ਆਪਣੇ ਵੱਲੋਂ ਬੜੀ ਪਕਿਆਈ ਤੇ ਚੌਕਸੀ ਨਾਲ ਇਹ ਕਾਰ ਕੀਤੇ ਸਨ, ਪਰ ਭੁੰਨਿਆ ਗੰਢਾਂ ਤੇ ਮੁੰਨਿਆ ਜੋਗੀ ਕਦ ਲੁਕਿਆ ਰਹਿ ਸਕਦਾ ਹੈ। ਨੌਕਰ ਦੇ ਡਿਡਿਆਉਣ ਦੀ ਆਵਾਜ਼ ਸੁਣ ਕੇ ਦੌੜੀ ਦਲੀਪ ਕੌਰ ਉੱਪਰ ਆਈ ਤੇ ਬੈਠਕ ਵਿੱਚ ਵੜਦਿਆਂ ਹੀ ਉਸਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ। ਇਸ ਵੇਲੇ ਜੋਗਿੰਦਰ ਸਿੰਘ ਦੀਆਂ ਅੱਖਾਂ ਅੱਗ ਭਰਾ ਰਹੀਆਂ ਸਨ। ਉਹ ਨੌਕਰ ਵੱਲੋਂ ਹਟ ਕੇ ਦਲੀਪ ਕੌਰ ਤੇ ਟੁੱਟ ਪਿਆ। ਅੱਜ ਦੀ ਮਾਰ ਨੇ ਉਦਣ ਵਾਲੀ ਸ਼ਕੁੰਤਲਾ ਦੀ ਮਾਰ ਨੂੰ ਵੀ ਮਾਤ ਪਾ ਦਿੱਤੀ ਸੀ। ਫਰਕ ਕੇਵਲ ਇਤਨਾ ਸੀ ਕਿ ਸ਼ਕੁੰਤਲਾ ਬਿਮਾਰ ਤੇ ਦੁਬਲੀ ਹੋਣ ਕਰਕੇ ਬੇਹੋਸ਼ ਹੋ ਗਈ ਸੀ, ਪਰ ਦਲੀਪ ਕੌਰ ਦੇ ਪਿੰਡੇ ਤੇ ਦੂਰਾ ਤੀਰਾ ਮਾਸ ਸੀ, ਜਿਸ ਕਰਕੇ ਉਹ ਇਸ ਨੂੰ ਸਹਿ ਗਈ। ਪਤੀ ਦੀ ਜ਼ਬਾਨੀ ਜਦ ਦਲੀਪ ਕੌਰ ਨੂੰ ਆਪਣੇ ਪਾਚ ਉਖੜੇ ਦਾ ਪਤਾ ਲੱਗਾ ਤਾਂ ਉਹ ਸ਼ਰਮਿੰਦੀ ਹੋਣ ਦੇ ਥਾਂ ਸਗੋਂ ਕੜਕ ਕੇ ਬੋਲੀ, ਬਸ ਹੁਣ ਮਾਰ ਲਿਆ ਜੇ, ਫਿਰ ਮਾਰੋਗੇ ਤਾਂ ਯਾਦ ਰੱਖੋਗੇ, ਮੇਰੇ ਗਹਿਣੇ ਸਨ, ਮੈਂ ਵੇਚੇ ਨੇ, ਕਿਸੇ ਦਾ ਕੁਝ ਨਹੀਂ ਲਿਆ। ਤੇਰੇ ਗਹਿਣੇ ਸਨ? ਤੂੰ ਮਾਂ ਕੋਲੋਂ ਲਿਆਈ ਸੈਂ, ਨਾਲੇ ਘੜੀ ਵੀ ਤੇਰੀ ਸੀ। ਸ਼ੈਤਾਨ ਦੀ ਬੱਚੀਏ, ਮੈਂ ਤੇਰਾ ਲਹੂ ਨਾ ਪੀ ਲਿਆ ਤਾਂ ਆਖੀ। ਸ਼ਰਮ ਦੀ ਮਾਰੀ ਅੰਦਰ ਵੜੀ ਤੇ ਮੂਰਖ ਆਖੇ ਮੈਥੋਂ ਡਰੀ। ਮੈਂ ਆਪਣੀ ਇੱਜ਼ਤ ਨੂੰ ਵੇਖ ਕੇ ਤੇਰੀਆਂ ਠੰਡੀਆਂ ਤੱਤੀਆਂ ਸਹਾਰਦਾ ਰਹਿਣਾ ਵਾਂ ਤੇ ਤੂੰ ਸਗੋਂ ਬੇਲਗਾਮ ਹੁੰਦੀ ਜਾਨੀ ਏ। ਮੈਂ ਤੈਨੂੰ ਹੁਣੇ ਖਵਾਨਾ ਵਾਂ ਸਾਰੇ ਗਹਿਣੇ ਵੇਚ ਕੇ। ਤੇ ਝੱਟ ਹੀ ਉਸਨੇ ਦਲੀਪ ਕੌਰ ਦੇ ਖੀਸੇ ਵਿੱਚੋਂ ਕੁੰਜੀ ਕੱਢ ਲਈ ਤੇ ਟਰੰਕ ਖੋਲ ਕੇ ਉਸ ਵਿਚਲੀਆਂ ਚੀਜ਼ਾਂ ਨੂੰ ਉਥਲ-ਪੁਥਲ ਕਰਨ ਲੱਗਾ। ਉਸਨੇ ਸਾਰੇ ਗਹਿਣੇ ਤੇ ਚਾਂਦੀ ਦੇ ਭਾਂਡੇ ਕੱਢ ਕੇ ਬਾਹਰ ਰੱਖ ਲਏ। ਫਿਰ ਉਸਨੂੰ ਖਿਆਲ ਆਇਆ ਕਿ ਵਰੀ ਦੇ ਸਿਲਮੇ ਸਤਾਰੇ ਵਾਲੇ ਕੱਪੜੇ ਵੀ ਕਿਉਂ ਨਾ ਕਾਬੂ ਕਰਾਂ, ਹੋ ਸਕਦਾ ਹੈ ਕੱਲ ਨੂੰ ਇਹੋ ਵੇਚਣੇ ਸ਼ੁਰੂ ਕਰ ਦੇਵੇ। ਕੱਪੜੇ ਕੱਢਦਿਆਂ ਲਾਲ ਹਲਵਾਨ ਦਾ ਇੱਕ ਸਾਲੂ ਉਸਦੀ ਨਜ਼ਰੀ ਪਿਆ। ਉਹੀ ਸਾਲੂ ਜਿਹੜਾ ਡੋਲੀਓਂ ਨਿਕਲਦਿਆਂ ਦਲੀਪ ਕੌਰ ਨੇ ਲਿਆ ਸੀ। ਉਸਦੀ ਉੱਪਰਲੀ ਤਹਿ ਤੇ ਨਜ਼ਰ ਪੈਂਦਿਆਂ ਹੀ ਜੋਗਿੰਦਰ ਸਿੰਘ ਨੇ ਵੇਖਿਆ ਕਿ ਉਸ ਨਾਲੋਂ 1.25 ਕੁ ਗਿੱਠ ਚੌੜੀ ਤੇ 1.5 ਕੁ ਗਿੱਠ ਲੰਮੀ ਟਾਕੀ ਲੱਥੀ ਹੋਈ ਹੈ। ਉਹ ਸੋਚਣ ਲੱਗਾ ਕਿ ਇਸ ਸ਼ਗਨਾਂ ਦੇ ਸਾਲੂ ਨਾਲੋਂ ਟਾਕੀ ਪਾੜਨ ਦਾ ਕੀ ਮਤਲਬ। ਸੋਚਦਿਆਂ ਉਸਨੂੰ ਇੱਕ ਐਸਾ ਖਿਆਲ ਆਇਆ ਜਿਸ ਨੇ ਉਲਝਣ ਨੂੰ ਕਿਸੇ ਹੱਦ ਤੱਕ ਸੁਲਝਾ ਦਿੱਤਾ। ਉਹ ਹੈਰਾਨੀ ਨਾਲ ਸੱਜੇ ਹੱਥ ਦਾ ਅੰਗੂਠਾ ਦੰਦਾਂ ਵਿੱਚ ਲੈ ਕੇ ਪਹਿਲਾਂ ਕੁਝ ਸੋਚਦਾ ਰਿਹਾ ਤੇ ਫਿਰ ਇਸ ਤਰ੍ਹਾਂ ਅੰਬੜ ਵਾਹਿਆ ਹੰਬਲਾ ਮਾਰ ਕੇ ਅਲਮਾਰੀ ਵੱਲ ਵਧਿਆ ਜਿਕਨ ਕੋਈ ਭੱਜਦੇ ਚੋਰ ਦੇ ਮਗਰ ਨੱਸਦਾ ਹੈ। ਅਲਮਾਰੀ ਦੀ ਤਾਕੀ ਖੋਲ ਕੇ ਉਹ ਇਤਨੀ ਕਾਹਲੀ ਨਾਲ ਉਸ ਵਿਚਲੀਆਂ ਚੀਜ਼ਾਂ ਨੂੰ ਫਰੋਲਣ ਲੱਗਾ ਮਾਨੋ ਉਸ ਦੀ ਕੋਈ ਹੀਰੇ ਵਾਲੀ ਮੁੰਦਰੀ ਗੁਆਚ ਗਈ ਹੈ। ਉਸਨੇ ਨੁੱਕਰ ਵਿੱਚ ਪਏ ਹੋਏ ਇੱਕ ਟੀਨ ਦੇ ਡੱਬੇ ਦਾ ਢੱਕਣ ਖੋਲ੍ਹਿਆ ਤੇ ਉਸ ਵਿੱਚੋਂ ਉਹੀ ਲਾਲ ਟਾਕੀ ਵਿੱਚ ਬੱਝੀ ਹੋਈ ਪੋਟਲੀ ਕੱਢੀ। ਛੇਤੀ ਕੰਮਦੇ ਹੱਥਾਂ ਨਾਲ ਉਸਨੇ ਪੋਟਲੀ ਵਿਚਲੀਆਂ ਚੀਜ਼ਾਂ ਖੋਲ ਕੇ ਭੁੰਜੇ ਸੁੱਟ ਦਿੱਤੀਆਂ ਤੇ ਉਹ ਲੀਰ ਲੈ ਕੇ ਉਹਨਾਂ ਨੂੰ ਦੋਹਾਂ ਹੱਥਾਂ ਨਾਲ ਖਿੱਚ ਕੇ ਵੱਟ ਕੱਢਦਾ ਹੋਇਆ ਟਰੰਕ ਪਾਸ ਲੈ ਆਇਆ ਤੇ ਇਸ ਨੂੰ ਸਾਲੂ ਦੇ ਉਸ ਕੋਨੇ ਤੇ ਵਿਛਾ ਦਿੱਤਾ। ਇਹ ਇਸੇ ਸਾਲੂ ਨਾਲੋਂ ਤੇ ਇਸੇ ਥਾਂ ਤੋਂ ਪਾਟੀ ਹੋਈ ਸੀ। ਜੋਗਿੰਦਰ ਸਿੰਘ ਨੂੰ ਵੱਡੋਂ ਤਾਂ ਲਹੂ ਨਹੀਂ ਸੀ। ਉਸ ਦੀ ਹਾਲਤ ਇਸ ਵੇਲੇ ਉਸ ਸ਼ਾਹੂਕਾਰ ਵਰਗੀ ਸੀ ਜਿਹੜਾ ਆਪਣੇ ਗੁਸ਼ਾਮਤੇ ਦਾ ਇੱਕ ਭਾਰੀ ਗਬਨ ਵੇਖ ਕੇ ਗੁੱਸੇ ਤੇ ਸ਼ੌਂਕ ਨਾਲ ਤੜਫ ਰਿਹਾ ਹੋਵੇ, ਪਰ ਝਾਟੀ ਉੱਤੋਂ ਉਸਨੂੰ ਕੋਈ ਇਹ ਖਬਰ ਲਿਆ ਸੁਣਾਵੇ ਕਿ ਉਸਦੇ ਗੁਮਾਸ਼ਤੇ ਦੇ ਕੇਵਲ ਗਬਨ ਹੀ ਨਹੀਂ ਬਲਕਿ ਉਹ ਉਸਦੀ ਆਲੀਸ਼ਾਨ ਹੱਟੀ ਨੂੰ ਵੀ ਅੱਗ ਲਾ ਕੇ ਸਾੜ ਗਿਆ ਹੈ। ਉਹ ਮੱਥਾ ਫੜ ਕੇ ਬੈਠ ਗਿਆ ਤੇ ਇੱਕ ਭਿਆਨਕ ਆਵਾਜ਼ ਹਾਏ ਮੇਰਿਆ ਰੱਬਾ ਦੇ ਨਾਲ ਹੀ ਉਸਦੇ ਮੂੰਹੋਂ ਇਹ ਸ਼ਬਦ ਨਿਕਲਿਆ, ਉਹ ਪਰਮਾਤਮਾ, ਇਹ ਮੈਂ ਕੀ ਵੇਖ ਰਿਹਾ ਹਾਂ। ਦਲੀਪ ਕੌਰ ਨੂੰ ਮਾਰਨ ਦਾ, ਚੋਰੀ ਗਈਆਂ ਚੀਜ਼ਾਂ ਦਾ ਤੇ ਨੌਕਰ ਦੀ ਨਿਮਕ ਹਰਾਮੀ ਦਾ ਖਿਆਲ ਉਸਦੇ ਦਿਲੋਂ ਇੱਕਦਮ ਜਾਂਦਾ ਰਿਹਾ। ਉਸਨੇ ਮੱਥੇ ਤੇ ਇੱਕ ਜ਼ੋਰ ਦਾ ਦੁਹੱਥੜ ਮਾਰਿਆ ਤੇ ਫਿਰ ਹਾਏ ਸ਼ਕੁੰਤਲਾ ਕਹਿ ਕੇ ਤੇ ਉੱਠ ਕੇ ਕਮਰੇ ਵਿੱਚ ਇਸ ਤਰ੍ਹਾਂ ਦੌੜਨ
ਲੱਗ ਪਿਆ ਮਾਨੋ ਗਰਕ ਹੋਣ ਲਈ ਧਰਤੀ ਵਿੱਚ ਤਰੇੜ ਲੱਭ ਰਿਹਾ ਹੋਵੇ। ਫਿਰ ਉਸਨੇ ਦੋਵੇਂ ਮੁੱਕੀਆਂ ਵੱਟ ਕੇ ਅੱਖਾਂ ਵਿੱਚ ਦਿੰਦਿਆਂ ਹੋਇਆਂ ਤੇ ਫਿਰ ਮੇਜ਼ ਤੇ ਜ਼ੋਰ ਦੀ ਹੱਥ ਮਾਰਦਿਆਂ ਹੋਇਆਂ ਇੱਕ ਕਸੀਸ ਵੱਟ ਕੇ ਤੇ ਸਿਰ ਝੰਜੋੜ ਕੇ ਕਿਹਾ, ਉਹ ਦਲੀਪ ਕੁਰੇ ਤੇਰਾ ਸਤਿਆਨਾਸ। ਜਿਸ ਵੇਲੇ ਕੋਈ ਵੀ ਚੀਜ਼ ਹੱਦੋਂ ਵੱਧ ਜਾਵੇ ਫਿਰ ਉਸ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਹੈ। ਜੋਗਿੰਦਰ ਸਿੰਘ ਨੂੰ ਜਦ ਇਹ ਪਤਾ ਲੱਗਾ ਕਿ ਉਸ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਵਾਲੀ ਉਸਦੀ ਧਰਮ ਮੂਰਤ ਸ਼ਕੁੰਤਲਾ ਲਈ ਰੁੱਸੇ ਪੈੜੇ ਵੱਟਣ ਵਾਲੀ ਤੇ ਉਸਦੇ ਸਾਰੇ ਸੁੱਖਾਂ ਨੂੰ ਨਸ਼ਟ ਕਰਨ ਵਾਲੀ ਦਲੀਪ ਕੌਰੀ ਹੈ ਤਾਂ ਉਸਦਾ ਕ੍ਰੋਧ ਹੱਦ ਤੋਂ ਅਗਾਂਹ ਲੰਘ ਕੇ ਕਿਸੇ ਹੋਰ ਸ਼ਕਲ ਵਿੱਚ ਬਦਲ ਗਿਆ। ਜਿਹੜੇ ਗਹਿਣੇ ਕੱਪੜੇ ਉਸਨੇ ਟਰੰਕ ਚੋਂ ਕੱਢੇ ਸਨ ਉਹ ਜਿੱਥੇ ਪਏ ਸਨ ਉੱਥੇ ਹੀ ਪਏ ਰਹੇ। ਨਾ ਹੀ ਉਸਨੇ ਇਸ ਬਾਬਤ ਦਲੀਪ ਕੌਰ ਤੋਂ ਕੁਝ ਹੋਰ ਪੁੱਛਿਆ। ਉਸਦੇ ਅੰਦਰ ਇਸ ਵੇਲੇ ਇੱਕ ਤਰ੍ਹਾਂ ਦਾ ਬਰੂਦ ਫਟ ਰਿਹਾ ਸੀ। ਉਹ ਪਾਗਲਾਂ ਵਾਂਗ ਉੱਠ ਕੇ ਬਾਹਰ ਨਿਕਲ ਗਿਆ। ਉਸਦੀ ਅਕਲ ਇਸ ਵੇਲੇ ਬਿਲਕੁਲ ਕੰਮ ਨਹੀਂ ਸੀ ਕਰ ਰਹੀ ਤੇ ਨਾ ਹੀ ਉਸਨੂੰ ਕੋਈ ਪਤਾ ਸੀ ਕਿ ਕਿੱਧਰ ਜਾ ਰਿਹਾ ਹੈ ਤੇ ਕੀ ਕਰ ਰਿਹਾ ਹੈ। ਧੰਨਵਾਦ।